ਸਾਡਾ ਅੱਜ ਦਾ ਟੌਪਿਕ ਹੈਗਾ ਹੋਮ ਮੀਟਿੰਗ, ਇੰਪੋਰਟੈਂਟ ਆਫ ਹੋਮ ਮੀਟਿੰਗ। ਅੱਜ ਆਪਾਂ ਹੋਮ ਮੀਟਿੰਗ ਨੂੰ ਕਰਨ ਦਾ ਤਰੀਕਾ ਸਮਝਾਂਗੇ, ਹੋਮ ਮੀਟਿੰਗ ਦੀ ਇੰਪੋਰਟੈਂਟ ਨੂੰ ਸਮਝਾਂਗੇ ਔਰ ਇਹ ਸਮਝਾਂਗੇ ਕਿ ਹੋਮ ਮੀਟਿੰਗ ਸਾਨੂੰ ਕਿੰਨਾ ਵੱਡਾ ਐਡਵਾਂਟੇਜ ਦੇ ਸਕਦੀ ਹੈ। ਸੋ ਇਹਦੇ ਬਾਰੇ ਕੁਝ ਬੇਸਿਕ ਡਿਸਕਸ਼ਨ ਰਹੇਗੀ ਆਪਣੀ। ਇੰਪੋਰਟੈਂਟ ਆਫ ਹੋਮ ਮੀਟਿੰਗ। ਇਹਨੇ ਨੈਟਵਰਕ ਮਾਰਕੀਟਿੰਗ ਦੇ ਵਿੱਚ ਅੱਜ ਦੀ ਡੇਟ 'ਚ ਅਗਰ ਆਪਾਂ ਗੱਲ ਕਰਦੇ ਹਾਂ, ਹਰ ਸਾਲ $200 ਬਿਲੀਅਨ ਦਾ ਬਿਜ਼ਨਸ ਕਰ ਰਹੀ ਹੈ। ਉਹਦੇ ਵਿੱਚ 75% ਜੋ $ਬਿਲੀਅਨ ਦਾ ਬਿਜ਼ਨਸ ਆ ਉਹ ਥਰੂ ਹੋਮ ਮੀਟਿੰਗ ਆ ਰਿਹਾ ਵਾ। ਡੇ 1 ਤੋਂ ਜਦੋਂ ਤੋਂ ਇੰਡਸਟਰੀ ਗਰੋ ਕਰ ਰਹੀ ਹੈ, ਅਗਰ ਅੱਜ ਤੋਂ ਆਪਾਂ 100 ਤੋਂ 125 ਸਾਲ ਪਿੱਛੇ ਵੀ ਜਾਂਦੇ ਹਾਂ, ਤੇ ਸਭ ਨੂੰ ਵੱਧ ਅਗਰ ਇਸ ਸਿਸਟਮ ਦੇ ਨਾਲ ਕੋਈ ਲੋਕ ਜੁੜੇ ਆ ਜਾਂ ਸਭ ਨੂੰ ਵੱਧ ਅਗਰ ਇਸ ਬਿਜ਼ਨਸ ਨੂੰ ਕਿਸੇ ਚੀਜ਼ ਨੇ ਗਰੋ ਕੀਤਾ ਤੇ ਉਹ ਹੋਮ ਮੀਟਿੰਗ। ਯਾਨੀ ਹੋਮ ਮੀਟਿੰਗ ਇਹੋ ਜਿਹੀ ਹੈ ਜਿਹਦੇ ਵਿੱਚ ਮਿਲੇਨੀਅਰ ਪੈਦਾ ਹੁੰਦੇ ਆ। ਹੋਮ ਮੀਟਿੰਗ ਨੂੰ ਆਪਾਂ ਬਹੁਤ ਘੱਟ ਅਹਿਮੀਅਤ ਦਿੰਦੇ ਹਾਂ। ਜਿੱਦਾਂ ਮੈਂ ਬਹੁਤ ਵਾਰ ਆਪਣੇ ਗਰੁੱਪ 'ਚ ਕਹਿੰਦਾ ਕਿ ਆਪਾਂ ਹੋਮ ਮੀਟਿੰਗ ਨੂੰ ਮੈਕਸੀਮਮ ਕਰੀਏ। ਸੋ ਬਹੁਤ ਸਾਰੇ ਲੀਡਰ ਇਸ ਚੀਜ਼ 'ਤੇ ਫੋਕਸ ਨਹੀਂ ਕਰਦੇ, ਉਹ 1 to 1 ਜ਼ਿਆਦਾ ਕਰਦੇ ਆ। 1 to 1 'ਚ ਕੀ ਹੁੰਦਾ, ਐਨਰਜੀ ਟਾਈਮ ਤੇ ਪੈਸਾ ਜ਼ਿਆਦਾ ਲੱਗਦਾ ਵਾ। ਸੋ ਆਪਾਂ ਨੂੰ ਇੱਕ ਪਰਸਨ ਨੂੰ ਟਾਰਗੇਟ ਕਰਨਾ ਪੈਂਦਾ ਵਾ। ਜਦੋਂ ਆਪਾਂ ਇੱਕ ਪਰਸਨ ਨੂੰ ਟਾਰਗੇਟ ਕਰਦੇ ਹਾਂ ਤੇ ਆਪਾਂ ਮੈਕਸੀਮਮ ਇੱਕ ਦਿਨ 'ਚ 3 ਤੋਂ 4 ਪਰਸਨ ਨੂੰ ਟੱਚ ਕਰਦੇ ਹਾਂ। ਜਦ ਕਿ ਅਗਰ ਆਪਾਂ ਹੋਮ ਮੀਟਿੰਗ ਨੂੰ ਸਮਝੀਏ, ਇਹਦੀ ਥਿਊਰੀ ਨੂੰ ਸਮਝੀਏ, ਤਾਂ ਆਪਾਂ ਇੱਕ ਹੀ ਜਗ੍ਹਾ ਤੇ 7 ਤੋਂ 8 ਪਰਸਨ ਨੂੰ 10 ਪਰਸਨ ਨੂੰ ਬੜੇ ਆਰਾਮ ਨਾਲ ਟੱਚ ਕਰ ਸਕਦੇ ਹਾਂ। ਸੋ ਇਹਦੇ ਨਾਲ ਕੀ ਹੋਏਗਾ, ਅਗਰ ਐਟਲੀਸਟ ਤੁਸੀਂ ਇੱਕ ਦਿਨ ਦੇ ਵਿੱਚ 3 ਹੋਮ ਮੀਟਿੰਗ ਵੀ ਕਰਦੇ ਆ, ਅਗਰ ਆਪਾਂ 2-2 ਘੰਟੇ ਦਾ ਵੀ ਡਿਫਰੈਂਸ ਰੱਖ ਕੇ ਕਰ ਰਹੇ ਹਾਂ ਕਿ ਅਗਰ ਤੁਸੀਂ 10 ਵਜੇ ਪਹਿਲੀ ਹੋਮ ਮੀਟਿੰਗ ਕੀਤੀ 10 ਤੋਂ 12, ਦੈਨ ਤੁਸੀਂ 1 ਘੰਟੇ ਦਾ ਵਿੱਚ ਸਫ਼ਰ ਰੱਖਦੇ ਆ। ਅਗਰ ਤੁਸੀਂ ਦੂਸਰੀ ਜਗ੍ਹਾ ਜਾਣਾ ਵਾ ਦੈਨ ਫਿਰ ਤੁਸੀਂ ਉਸ ਤੋਂ ਬਾਅਦ 2 ਵਜੇ ਤੋਂ ਲੈ ਕੇ ਫਿਰ 4 ਵਜੇ ਤੱਕ ਕਰਦੇ ਆ, ਦੈਨ ਫਿਰ ਵਿੱਚ ਇੱਕ ਟਾਈਮ 1 ਤੋਂ 2 ਘੰਟੇ ਦਾ ਟਾਈਮ ਯਾਨੀ ਵਿੱਚ ਗੈਪ ਰੱਖਦੇ ਆ। ਸੋ ਓਵਰਆਲ ਅਗਰ ਆਪਾਂ ਇੱਕ ਦਿਨ 'ਚ ਵੀ ਹੋਮ ਮੀਟਿੰਗ 3 ਹੋਮ ਮੀਟਿੰਗਾਂ ਕਰਦੇ ਆ ਤੇ ਪੂਰੇ ਦਿਨ ਦੇ ਵਿੱਚ ਤੁਸੀਂ ਕਮ ਸੇ ਕਮ 30 ਤੋਂ 35 ਲੋਕਾਂ ਨੂੰ ਟੱਚ ਕਰਦੇ ਆ। ਅਗਰ ਮਿਨੀਮਮ ਆਪਾਂ ਹੋਮ ਮੀਟਿੰਗ ਦੀ ਗੱਲ ਕਰੀਏ 8 ਤੋਂ 10 ਪਰਸਨ ਇੱਕ ਹੋਮ ਮੀਟਿੰਗ 'ਚ ਬੜੇ ਆਰਾਮ ਨਾਲ ਆ ਜਾਂਦੇ ਆ। ਇਹਦੇ 'ਚ ਕੀ ਹੁੰਦਾ ਵਾ ਕਿ ਆਪਾਂ ਹੋਮ ਮੀਟਿੰਗ ਦੇ ਵਿੱਚ ਉਹਨਾਂ ਪਰਸਨ ਨੂੰ ਦੇਖ ਸਕਦੇ ਹਾਂ, ਸਮਝ ਸਕਦੇ ਹਾਂ, ਟੱਚ ਕਰ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ, ਜਿਹੜੇ ਪਰਸਨ ਜਾਨੀ ਕਹਿ ਸਕਦੇ ਕਿ ਕੁਝ ਅਲੱਗ ਕਰਨਾ ਚਾਹੁੰਦੇ ਆ, ਜਿਹੜੇ ਇੱਕ ਓਪਰਚੁਨਿਟੀ ਦੀ ਵੇਟ 'ਚ ਆ। ਅੱਗੇ ਜਾ ਕੇ ਸਮਝਾਵਾਂਗਾ ਉਹਨਾਂ ਨੂੰ ਆਪਾਂ किस तरह परख कर सकते हैं ਉਹਨਾਂ ਦੀ। इसी होम मीटिंग के थ्रू आप बड़े बड़े लेवल अचीव कर सकते हैं, जल्दी से जल्दी अपनी LOP लाइन बना सकते हैं, अपने ज़्यादा से ज़्यादा अचीवर बना सकते हैं। सो ਮੀਟਿੰਗ ਨੂੰ ਪਹਿਲਾਂ ਮੈਂ ਸੁਣਨਾ ਚਾਹੂੰਗਾ, ਹਿੰਦੀ 'ਚ ਕੰਫਰਟੇਬਲ ਰਹੇਗੀ ਕਿ ਪੰਜਾਬੀ 'ਚ? ਇਹੋ ਜਿਹਾ ਪਰਸਨ ਨਹੀਂ ਹੈ ਜਿਹੜਾ ਸਪੈਸ਼ਲ ਪੰਜਾਬੀ ਬੈਠਾ ਆਪਣਾ ਹਿੰਦੀ ਬੈਠਾ ਵਾ। ਜਲਦੀ ਸਰ ਰਿਸਪੌਂਸ ਤਾਂ ਕਿ ਮੈਂ ਉਹਨੂੰ ਕੰਟੀਨਿਊ ਕਰ ਸਕਾਂ। ਨੋ ਇਸ਼ੂ ਸਰ, ਪੰਜਾਬੀ ਹਿੰਦੀ ਚੱਲ ਜਾਏਗੀ ਸਰ। ਪੰਜਾਬੀ ਜੀ ਰਹੇਗੀ ਠੀਕ ਸਰ, ਪੰਜਾਬੀ। ਚਲੋ ਆਪਾਂ ਹਿੰਦੀ 'ਚ ਕਰਦੇ ਹਾਂ ਕਿਉਂਕਿ ਸਾਡੇ 'ਚ ਇੱਕ ਪਰਸਨ ਹਿੰਦੀ 'ਚ ਹੈ, ਸੋ ਪੰਨਾ ਲਾਲ ਜੀ। ਸੋ ਵੈਸੇ ਪੰਜਾਬੀ ਸਮਝ ਆ ਜਾਂਦੀ। ਸੋ ਪੰਨਾ ਲਾਲ ਜੀ ਆਪਾਂ ਕੋਸ਼ਿਸ਼ ਕਰਾਂਗੇ ਕਿ ਮਿਕਸਅਪ ਜੀ ਰਵੇ ਤਾਂ ਕਿ ਤੁਹਾਨੂੰ ਵੀ ਸਮਝ ਆ ਸਕੇ। ਸੋ ਲਿਖਿਆ ਹਿੰਦੀ 'ਚ ਇਸ ਕਰਕੇ ਤੁਸੀਂ ਬੜੇ ਆਰਾਮ ਨਾਲ ਪੜ੍ਹ ਸਕਦੇ ਹੋ, ਬਾਕੀ ਤੁਹਾਡੇ ਵਰਡ ਸਾਨੂੰ ਸਮਝ ਆਏ ਨਹੀਂ। ਸੋ ਜਿਹੜੀ ਅਗਲੀ ਲਾਈਨ ਮੈਂ ਇੱਥੇ ਲਿਖੀ ਹੈ ਕਿ ਆਪਾਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆਪਾਂ ਮੈਕਸਿਮਮ ਆਪਣੇ LOB ਲਾਈਨ ਮੀਨ ਕਿ ਜੋ ਸਾਡੀ ਇਨਕਮ ਦਾ ਸਭ ਤੋਂ ਵੱਡਾ ਜਾਨੀ ਕਹਿ ਸਕਦੇ ਹਾਂ ਪਲੱਸ ਪੁਆਇੰਟ LOB ਲਾਈਨ ਬਣਾ ਸਕਦੇ ਹਾਂ। ਔਰ ਜ਼ਿਆਦਾ ਤੋਂ ਜ਼ਿਆਦਾ ਆਪਾਂ ਇਹਦੇ 'ਚ ਅਚੀਵਰ ਖੜੇ ਕਰ ਸਕਦੇ ਹਾਂ। ये सारे बेनिफिट्स ਤੁਹਾਨੂੰ ਮੈਂ ਹੋਮ ਮੀਟਿੰਗ ਦੇ ਦੱਸਣ ਦੀ ਗੱਲ ਕਰ ਰਹੇ ਹਾਂ, ਕੋਸ਼ਿਸ਼ कर रहे हैं। एक होम मीटिंग अच्छे से करने के लिए आपको इसके बेसिक पैरामीटर मीन कि ਇਹਦੇ ਟੈਕਨੀਕਲ ਪੁਆਇੰਟ ਸਮਝਣੇ ਪੈਣੇ ਕਿ ਐਟਲੀਸਟ ਇਹ ਹੋਮ ਮੀਟਿੰਗ ਵਧੀਆ ਕਿਸ ਤਰ੍ਹਾਂ ਹੋ ਸਕਦੀ ਹੈ ਔਰ ਕਿਸ ਤਰੀਕੇ ਨਾਲ ਆਪਾਂ ਹੋਮ ਮੀਟਿੰਗ 'ਚ ਉਹਨਾਂ ਲੋਕਾਂ ਨੂੰ ਵਾਚ ਕਰ ਸਕਦੇ ਹਾਂ, ਟਰੈਕ ਕਰ ਸਕਦੇ ਹਾਂ, ਜਿਹੜੇ ਸਾਡੇ ਆਉਣ ਵਾਲੇ ਸਮੇਂ 'ਚ ਸਾਡੇ ਲੀਡਰ ਬਣ ਸਕਦੇ। ਅਗਰ ਤੁਸੀਂ ਮੇਰੇ ਤੋਂ ਪੁੱਛੋ, ਅੱਜ ਮੈਕਸਿਮਮ ਜਿੰਨੀ ਵੀ ਟੀਮ ਮੈਂ ਖੜੀ ਕੀਤੀ ਉਹ ਸਾਰੀ ਹੋਮ ਮੀਟਿੰਗ ਤੋਂ ਸਟਾਰਟ ਕੀਤੀ, ਕਿਉਂਕਿ ਜਦੋਂ ਵੀ ਸ਼ੁਰੂਆਤ ਹੋਏਗੀ, ਜਦੋਂ ਵੀ ਕਿਸੇ ਪਰਸਨ ਦੀ ਸ਼ੁਰੂਆਤ ਹੁੰਦੀ ਹੈ, ਯਾਨੀ ਕਹਿ ਸਕਦੇ ਹਾਂ ਅਗਰ ਅੱਜ ਮੇਰੀ ਟੀਮ 'ਚ ਤੁਸੀਂ ਸਟਾਰ, ਗੋਲਡ, ਡਾਇਮੰਡ ਜੋ ਵੀ ਦੇਖੋਗੇ, ਸੋ ਉਹਨਾਂ ਦੇ ਵਿੱਚੋਂ 98% ਉਹ ਥਰੂ ਹੋਮ ਮੀਟਿੰਗ ਆਏ ਆ। ਕਿਉਂਕਿ ਜਦੋਂ ਵੀ ਆਪਾਂ ਕਿਸੇ ਦੇ ਘਰ ਹੋਮ ਮੀਟਿੰਗ ਕਰਦੇ ਹਾਂ ਉੱਥੋਂ ਸਾਨੂੰ ਬਹੁਤ ਸਾਰੇ ਪਰਸਨ ਨਜ਼ਰ ਆਉਂਦੇ ਆ ਜੋ ਆਪਣੀ ਲਾਈਫ 'ਚ ਕੁਝ ਅਲੱਗ ਕਰਨਾ ਚਾਹੁੰਦੇ ਆ। ਅੱਗੇ ਜਾ ਕੇ ਦਿਖਾਉਣਾ। ਸੋ ਇੱਕ ਛੋਟੀ ਜਿਹਾ ਅਚੀਵਮੈਂਟ ਪ੍ਰੋਸੈਸ ਪਹਿਲਾਂ ਜਿਹੜਾ ਕਰਨਾ, ਆਪਣੀ ਹੋਮ मीटिंग कब और किसके घर में करनी है, थोड़ा जा पहले ਇਹਦੇ बारे डिस्कस करेंगे। अपने नीचे जिस भी न्यू पर्सन को आप इन 5 प्रोसेस से निकाल देंगे, आपको उसके घर में होम मीटिंग कर देंगे। 5 प्रोसेस मीन नंबर 1 सब तो पहलों ये डिजायर एंड ड्रीम। अगर किसी पर्सन की कोई डिजायर है, ड्रीम, फिर तुसीं जो उन्होंने गोल च कन्वर्ट कर देंगे, क्योंकि ड्रीम ਨੂੰ ਕਨਵਰਟ ਕਰਨਾ ਗੋਲ 'ਚ। ਜਦੋਂ ਉਹਦਾ ਗੋਲ ਤੁਸੀਂ ਫਾਈਨਲ ਕਰ ਦਿੰਦੇ ਉਹਨੂੰ ਜੁਆਇਨ ਹੋਣ ਤੋਂ ਬਾਅਦ,
ਦੈਨ ਤੁਸੀਂ ਉਹਦੀ ਫਿਰ ਪਲਾਨਿੰਗ ਕਰਾਉਂਦੇ ਆ, ਪਲਾਨਿੰਗ ਤੋਂ ਬਾਅਦ ਉਹ ਐਕਸ਼ਨ, ਐਕਸ਼ਨ ਤੋਂ ਬਾਅਦ ਬਲੀਵ, ਯਾਨੀ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਸੋ ਇਹ 5 ਪ੍ਰੋਸੈਸ ਅਗਰ ਜਿਸ ਪਰਸਨ ਨੂੰ ਤੁਸੀਂ ਜੁਆਇਨ ਕਰਾਇਆ ਵਾ ਉਹਦੀ ਤੁਸੀਂ ਡਿਜ਼ਾਇਰ ਨੂੰ ਡਿਫਾਈਨ ਕਰਕੇ, ਡ੍ਰੀਮ ਨੂੰ ਡਿਫਾਈਨ ਕਰਕੇ ਗੋਲ 'ਚ ਕਨਵਰਟ ਕਰ ਦਿੰਦੇ ਆ, ਦੈਨ ਪਲਾਨਿੰਗ, ਉਹਦੀ ਅਗਲੀ ਪਲਾਨਿੰਗ ਕਰਦੇ ਆ ਤੂੰ ਅਗਲੇ ਕੁਝ ਮਹੀਨੇ ਬਾਅਦ ਕੀ ਕਰਨਾ ਔਰ ਕਿਸ ਤਰੀਕੇ ਨਾਲ ਕਰਨਾ, ਫਿਰ ਤੁਸੀਂ ਉਹਦਾ ਐਕਸ਼ਨ ਸ਼ੁਰੂ ਕਰਦੇ ਆ, ਦੈਨ ਜੋ ਵੀ ਇਹ 4 ਚੀਜ਼ਾਂ ਤੁਹਾਨੂੰ ਕੱਢਿਆ, ਦੈਨ ਉਸ ਤੋਂ ਬਾਅਦ ਬਲੀਵ, ਬਲੀਵ ਉਹਨੂੰ ਉਹਦੀ ਅਪਲਾਈਨ ਤੇ ਉਹਦੇ ਸਿਸਟਮ ਤੇ ਉਹਦੇ ਆਪਣੇ ਆਪ ਤੇ ਉਹਨੂੰ ਬਲੀਵ ਕਰਾਉਣਾ ਕਿ ਅਗਰ ਵਿਸ਼ਵਾਸ ਨਹੀਂ ਕਰਾਂਗੇ ਤਾਂ ਆਪਾਂ ਗਰੋ ਨਹੀਂ ਕਰ ਸਕਦੇ। ਜਦੋਂ 5 ਪ੍ਰੋਸੈਸ ਤੋਂ ਪਰਸਨ ਨਿਕਲ ਜਾਏਗਾ ਇਟ ਮੀਨਸ ਉਹ ਪਰਸਨ ਰੈਡੀ ਆ ਬਿਜ਼ਨਸ ਨੂੰ ਲੈ ਕੇ, ਕਿਉਂਕਿ ਉਹਦਾ ਗੋਲ ਕਲੀਅਰ ਹੋ ਚੁੱਕਾ ਹੈ। ਕਿਉਂਕਿ ਕੋਈ ਵੀ ਪਰਸਨ ਕਿਉਂ ਆਪਣੇ ਘਰ ਹੋਮ ਮੀਟਿੰਗ ਕਰਾਏਗਾ, ਉਹਦਾ ਜਦ ਤੱਕ ਰੀਜ਼ਨ ਨਹੀਂ ਕਲੀਅਰ ਹੋਏਗਾ ਉਹ ਆਪਣੇ ਨੈਟਵਰਕ ਨੂੰ, ਆਪਣੇ ਸਰਕਲ ਨੂੰ ਤੁਹਾਡੇ ਨਾਲ ਮਿਲਾਉਣਾ ਨਹੀਂ ਸ਼ੁਰੂ ਕਰੇਗਾ। ਸੋ ਜਦੋਂ ਵੀ ਤੁਹਾਡੇ ਸਿਸਟਮ 'ਚ ਕੋਈ ਤੁਹਾਡੇ ਨਾਲ ਪਰਸਨ ਜੁੜਦਾ ਵਾ, ਚਾਹੇ ਉਹਦਾ ਲੈਵਲ 5 ਜਾਂ 8 ਆ, ਸੋ ਉਹਨੂੰ ਸਟਾਰਟਿੰਗ ਦੇ ਵਿੱਚ ਇਹ 3-4 ਪ੍ਰੋਸੈਸ, 5 ਪ੍ਰੋਸੈਸ ਦੇ ਵਿੱਚ ਉਹਨੂੰ ਜ਼ਰੂਰ ਕਰਨਾ। ਸੋ ਉਹਦੀ ਡਿਜ਼ਾਇਰ ਜੋ ਵੀ ਰਹੀ ਹੋਊਗੀ ਜ਼ਿੰਦਗੀ 'ਚ, ਹਰ ਇਨਸਾਨ ਦਾ ਕੋਈ ਨਾ ਕੋਈ ਸੁਪਨਾ ਜ਼ਰੂਰ ਹੁੰਦਾ ਜਦੋਂ ਆਪਾਂ ਬਾਰ-ਬਾਰ ਗੋਲ ਤੇ ਗੱਲ ਕਰਦੇ ਹਾਂ। ਸੋ ਜਦੋਂ ਤੁਸੀਂ ਉਹਦਾ ਗੋਲ ਕਲੀਅਰ ਕਰਾ ਦਿੰਦੇ ਆ, ਉਹਦਾ ਸ਼ਾਰਟ ਟਰਮ ਗੋਲ ਜਾਂ ਤੁਸੀਂ ਮਿਡ ਟਰਮ ਗੋਲ ਉਹਦਾ ਕਲੀਅਰ ਕਰ ਦਿੰਦੇ ਆ ਕਿ ਪਹਿਲੇ 3 ਮਹੀਨੇ ਤੋਂ 4 ਮਹੀਨੇ 'ਚ ਆਪਾਂ ਡਾਇਰੈਕਟਰ ਬਣਨਾ, ਸਾਡਾ ਸ਼ਾਰਟ ਟਰਮ ਗੋਲ ਆ, ਦੈਨ ਸਾਡਾ ਮਿਡ ਟਰਮ ਗੋਲ ਹੈ ਕਿ ਆਪਾਂ ਸਿਸਟਮ ਤੋਂ ਕਾਰ ਲੈਣੀ ਆ, ਜਾਂ ਤੁਹਾਡਾ ਉਹਦਾ ਚੈੱਕ ਜੋ ਵੀ ਤੁਸੀਂ ਡਿਫਾਈਨ ਕਰਦੇ, ਜੋ ਸਾਡਾ ਪ੍ਰੋਸੈਸ ਹੈ, ਜੋ ਸਾਡਾ ਜਿੱਦਾਂ ਕਹਿ ਸਕਦੇ ਸਿਸਟਮ ਆ ਜਿਹਨੂੰ ਆਪਾਂ ਰੈਗੂਲਰ ਕਰਵਾਉਂਦੇ ਆ, ਫਿਰ ਉਹਦੀ ਪਲਾਨਿੰਗ ਤੁਸੀਂ ਕਰਦੇ ਆ ਕਿ ਆਪਾਂ ਇਹ ਤੇਰੇ ਪਰਸਨ ਇਸ ਜਗ੍ਹਾ, ਇਸ ਸਿਟੀ 'ਚ ਆਪਾਂ ਉਹਨਾਂ ਨੂੰ ਟਾਰਗੇਟ ਕਰਨੀ ਕਿ ਪਲਾਨਿੰਗ ਆ। ਉਸ ਤੋਂ ਬਾਅਦ ਐਕਸ਼ਨ ਸ਼ੁਰੂ ਕਰ ਦਿੰਦੇ ਆ, ਆਪਾਂ ਉਹਨਾਂ ਨੂੰ ਮਿਲਣਾ ਸ਼ੁਰੂ ਕਰ ਦਿੰਦੇ ਆ, ਫਿਰ ਦੈਨ ਆਪਣਾ ਇੱਕ ਆਪਸ਼ਨ ਲਾਸਟ ਬਾਈ ਜੀ ਜਿਹਨੂੰ ਕਹਿੰਦੇ ਆਪਾਂ ਬਲੀਵ, ਕਿ ਵਿਸ਼ਵਾਸ ਰੱਖਣਾ ਉਹਨੂੰ ਇਸ ਚੀਜ਼ ਤੇ ਸਮਝਾਉਣਾ ਕਿ ਸਟਾਰਟਿੰਗ 'ਚ ਸਾਨੂੰ ਕੁਝ ਮੁਸ਼ਕਲਾਂ ਆਉਣੀਆਂ ਵਾ, ਸੋ ਆਪਾਂ ਵਿਸ਼ਵਾਸ ਰੱਖ ਕੇ ਚੱਲਣਾ ਕਿ ਸਾਡਾ ਬਿਜ਼ਨਸ ਤਾਂ ਹੀ ਗਰੋ ਕਰੇਗਾ ਅਗਰ ਸਾਨੂੰ ਭਰੋਸਾ ਹੋਏਗਾ ਤੇ। ਸੋ ਜਦੋਂ ਉਹਦਾ ਬਲੀਵ ਹੀ ਸੌਂਗ ਕਰ ਦਿੰਦੇ ਆ, ਸੋ ਇਹ 5 ਪ੍ਰੋਸੈਸ ਜਦੋਂ ਪਰਸਨ ਨਿਕਲ ਜਾਂਦਾ, ਫਿਰ ਇੱਕ ਲਾਸਟ ਲਾਈਨ ਜਿਹੜੀ ਨੀਚੇ ਲਿਖੀ ਆਪਾਂ, ਇੱਕ ਲੀਡਰ ਦੇ ਘਰ, ਜਿਸ ਪਰਸਨ ਦੇ ਘਰ ਤੁਸੀਂ ਹੋਮ ਮੀਟਿੰਗ ਸਟਾਰਟ ਕਰਨੀ ਹੈ, ਮਿਨੀਮਮ 1 ਮਹੀਨੇ 'ਚ 3 ਹੋਮ ਮੀਟਿੰਗਾਂ ਕਰਨੀਆਂ। ਫਾਰ ਐਗਜ਼ਾਮਪਲ ਅਗਰ ਤੁਸੀਂ ਉਹਦੀ ਜੁਆਇਨਿੰਗ ਕਰਾਈ ਆ, ਅੱਜ ਡੇਟ ਨੂੰ ਆਪਾਂ ਕਾਊਂਟ ਕਰ ਲੈਂਦੇ, ਅੱਜ ਦੀ ਡੇਟ ਹੈ ਸਾਡੀ 24, ਅਗਰ 24 ਤਰੀਕ ਨੂੰ ਜੁਆਇਨਿੰਗ ਕਰਾਈ ਹੈ ਤੇ ਹਰ 10 ਦਿਨ ਬਾਅਦ ਉਹਦੇ ਘਰ ਹੋਮ ਮੀਟਿੰਗ ਹੋਣੀ ਬਹੁਤ ਜ਼ਰੂਰੀ ਹੈ। ਸੋ ਹੋਮ ਮੀਟਿੰਗ ਨਾਲ ਕੀ ਹੋਏਗਾ ਕਿ ਉਹ ਆਪਣੇ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਨੇਬਰ, ਕਲੀਗ, ਫਰੈਂਡ ਸਰਕਲ ਜੋ ਆਪਣੇ ਰਿਲੇਟਿਵ ਮਿਲਾਉਣੀ ਸ਼ੁਰੂ ਕਰੂਗਾ। ਕਿਉਂਕਿ ਹੁੰਦਾ ਕੀ ਹੈ, ਕਈ ਵਾਰ ਜਦੋਂ ਆਪਾਂ 1 ਬਾਈ 1 ਪਰਸਨ ਨੂੰ ਮਿਲਣਾ ਸ਼ੁਰੂ ਕਰ ਦਿੰਦੇ ਹਾਂ ਤੇ ਇਹਦੇ 'ਚ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਵਾ ਕਿ ਜਿਹੜੀ ਅਚੀਵਮੈਂਟ 3 ਮਹੀਨੇ 'ਚ ਆਉਣੀ ਸੀ ਜਾਂ 2 ਮਹੀਨੇ 'ਚ ਆਉਣੀ ਸੀ, ਆਪਾਂ 3 ਮਹੀਨੇ 'ਚ ਜਿਸ ਪਰਸਨ ਨੂੰ ਬਰਾਊਨਸ ਡਾਇਰੈਕਟਰ ਅਚੀਵ ਕਰਾ ਸਕਦੇ ਸੀ, ਉਹਨੂੰ ਕਈ ਵਾਰ ਮੈਕਸਿਮਮ 6 ਮਹੀਨੇ, 8 ਮਹੀਨੇ, 10 ਮਹੀਨੇ ਲੱਗ ਜਾਂਦੇ। ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਅਕਾਊਂਟਰੀ 'ਚ ਕੁਆਲਿਟੀ ਨਿਕਲਦੀ ਹੈ ਕਿ ਅਗਰ ਤੁਸੀਂ ਜਿੰਨੇ ਜ਼ਿਆਦਾ ਪਰਸਨ ਨੂੰ ਟੱਚ ਕਰੋਗੇ ਉਨੀ ਜਲਦੀ ਤੁਹਾਨੂੰ ਅਚੀਵਮੈਂਟ ਆਏਗੀ। ਇਸ ਕਰਕੇ ਮੈਂ ਇੱਥੇ ਇਹ ਲਾਈਨ ਜ਼ਰੂਰ ਲਿਖੀ है कि जितनी जल्दी आप हमें, उन्होंने गल कहनी कि जितनी जल्दी आप हमें होम मीटिंग दे उतनी ही जल्दी आप पहला लेवल जो ब्राउन्स डायरेक्टर आप उसे अचीव करेंगे। कि उन्होंने ये समझाना वा कि तू मैक्सिमम परसन मिला ताकि तेरा फर्स्ट स्टैप है ब्राउन्स डायरेक्टर को आप अचीव करिए। और कोशिश करो कि अगर 1 महीने च 3 होम मीटिंग कर रहे, अंडरस्टूड है कि अगर 3 महीने च तुसीं 9 होम मीटिंग करते हैं ਤੇ 9 ਹੋਮ ਮੀਟਿੰਗ ਦੇ ਵਿੱਚ ਅਗਰ ਆਪਾਂ ਇੱਕ ਮੀਟਿੰਗ ਦੇ ਵਿੱਚ 10 ਪਰਸਨ ਮਿਲਦੇ ਹਾਂ, 8 ਤੋਂ 10 ਪਰਸਨ ਜੋ ਉਹਨੂੰ ਤੁਸੀਂ ਟਾਰਗੇਟ ਦੇਣਾ ਫਸਟ ਸਟੈਪ ਚੋਂ, ਕਿਉਂਕਿ ਤੁਸੀਂ ਉਹਦਾ ਗੋਲ ਸੈੱਟ ਕਰ ਚੁੱਕੇ ਹੋ, ਉਹਦੀ ਪਲੈਨਿੰਗ ਸੈੱਟ ਕਰ ਚੁੱਕੇ ਆ, ਐਕਸ਼ਨ ਸ਼ੁਰੂ ਕਰ ਚੁੱਕੇ ਹੋ, ਔਰ ਤੁਹਾਨੂੰ ਬਲੀਵ ਆ, ਉਹਨੂੰ ਵੀ ਬਲੀਵ ਆ ਔਰ ਤੁਹਾਨੂੰ ਵੀ ਬਲੀਵ ਆ ਕਿ ਤੁਸੀਂ ਇਹਨੂੰ ਕਰਾ ਦੋਗੇ, ਉਹਨੂੰ ਬਲੀਵ ਆ ਕਿ ਮੈਂ ਕਰ ਲਾਂਗਾ। ਅਗਰ 9 ਹੋਮ ਮੀਟਿੰਗ ਆਪਾਂ ਉਹਦੇ ਘਰ ਕਰਦੇ ਹਾਂ, ਅਗਰ ਇੱਕ ਹੋਮ ਮੀਟਿੰਗ ਤੇ 10 ਪਰਸਨ ਮਿਲਦੇ ਤਾਂ ਅੰਡਰਸਟੂਡ ਆਪਾਂ 90 ਤੋਂ 100 ਲੋਕਾਂ ਨੂੰ ਟੱਚ ਕਰਦੀ, ਔਰ ਅਗਰ ਆਪਾਂ 100 ਲੋਕਾਂ ਨੂੰ ਟੱਚ ਕਰਦੇ ਹਾਂ तो बड़े आराम ਨਾਲ ਪੌਰੇ 'ਚ ਅਗਰ 25 ਤੋਂ 30 ਲੋਕ ਵੀ ਜੁਆਇਨ ਕਰਾ ਜਾਂਦੇ ਆ ਤਾਂ ਦੈਨ ਉਹਦਾ ਜਿਹੜਾ ਫਸਟ ਲੈਵਲ ਆ ਬਰਾਊਨਸ ਡਾਇਰੈਕਟਰ ਉਹ ਬੜੇ ਆਰਾਮ ਨਾਲ ਅਚੀਵ ਹੋ ਜਾਂਦਾ ਹੈ। ਪਰ ਮੈਂ ਫਿਰ ਕਹਿੰਦਾ ਇਹ ਉਦੋਂ ਹੀ ਹੋਏਗਾ ਜਦੋਂ ਤੁਸੀਂ ਇਹ ਸੇਮ ਪ੍ਰੋਸੈਸ ਦੇ ਵਿੱਚ ਉਸ ਪਰਸਨ ਨੂੰ ਕੱਢ ਕੇ ਲੈ ਕੇ ਜਾਓ। ਅਗਲੀ ਲਾਈਨਾਂ ਦੀ ਕੁਝ ਹੋਰ ਕਲੀਅਰ ਕਰਨ ਦੀ ਕੋਸ਼ਿਸ਼ ਕਰਨਾ। ਡ੍ਰੀਮ, ਜਦੋਂ ਵੀ ਤੁਸੀਂ ਉਹਦਾ ਡ੍ਰੀਮ ਡਿਸਾਈਡ ਕਰ ਦਿੰਦੇ ਆ ਯਾਨੀ ਗੋਲ, ਦੈਨ ਉਸ ਤੋਂ ਬਾਅਦ ਉਹਦੀ ਲਿਸਟ, ਕਿਉਂਕਿ ਉਹਨੇ ਚੀਜ਼ ਸਮਝਾਣੀ ਆ ਅਗਰ ਆਪਾਂ ਸਿਸਟਮ 'ਚ ਕਾਮਯਾਬ ਹੋਣਾ, ਅਗਰ ਆਪਾਂ 1 ਲੱਖ ਰੁਪਏ ਦਾ ਚੈੱਕ ਲੈਣਾ, ਇਹ ਯਾਨੀ ਕਹਿ ਸਕਦੇ ਕਿ ਇਹ ਤੁਹਾਡਾ ਤਕੀਆ ਕਲਾਮ ਹੋਣਾ ਚਾਹੀਦਾ ਵਾ ਕਿ ਜਿਸ ਵੀ ਪਰਸਨ ਨੂੰ ਤੁਸੀਂ ਜੁਆਇਨ ਕਰਾਓ ਉਹਨੂੰ ਬਾਰ-ਬਾਰ ਇੱਕ ਗੱਲ ਕਹਿਣੀ ਆ ਕਿ ਉਹਨੂੰ ਇਮੋਸ਼ਨਲ ਕਰਨਾ ਵਾ ਇਹ ਚੀਜ਼ ਨੂੰ ਲੈ ਕੇ ਕਿ ਆਪਾਂ ਸਿਸਟਮ 'ਚ 1 ਲੱਖ ਰੁਪਏ ਕਮਾਉਣਾ, ਆਪਾਂ ਵਸਤੀ 'ਚ 1 ਲੱਖ ਰੁਪਏ ਕਮਾਉਣਾ, ਆਪਾਂ ਆਪਣੇ ਸੁਪਨੇ ਦੀ ਕਾਰ ਲੈਣੀ ਆ। ਕਿਉਂਕਿ ਕੋਈ ਵੀ ਪਰਸਨ ਜਦੋਂ ਤੁਹਾਡੇ ਨਾਲ ਵਰਕ ਕਰੇਗਾ, ਉਹ ਜੋ ਐਫਰਟ ਕਰੇਗਾ ਉਹ ਤੁਹਾਡੇ ਲਈ ਨਹੀਂ ਕਰੇਗਾ, ਉਹ ਆਪਣੇ ਲਈ ਕਰੇਗਾ। ਕਿਉਂ ਕਰੇਗਾ? ਕਿਉਂਕਿ ਤੁਸੀਂ ਇਹ ਚੀਜ਼ ਕਲੀਅਰ ਕੀਤੀ ਹੈ ਕਿ ਇਹ ਸਿਸਟਮ ਤੋਂ ਤੇਰੇ ਸੁਪਨੇ ਪੂਰੇ ਹੋਣੇ ਆ। ਜਦੋਂ ਤੁਸੀਂ ਇਹਨੂੰ ਕਹੋਗੇ ਕਿ ਤੂੰ 200 ਲੋਕਾਂ ਦੀ ਲਿਸਟ ਬਣਾਉਣੀ ਆ, ਤੈਨੂੰ ਕੈਜੂਅਲੀ ਨਹੀਂ ਕਹਿਣਾ ਕਿ ਦੇਖ ਲਈ ਤੂੰ ਲਿਸਟ ਬਣਾ ਲਈ, ਅਗਰ ਤੇਰੇ ਕੋਲ ਸਰਕਲ 'ਚ ਲੋਕ ਹੋਣਗੇ ਉਹਨੂੰ ਬੈਠ ਕੇ ਉਹਦੇ ਕੋਲ ਬੈਠ ਕੇ ਜੋ ਅਸੀਂ ਆਪਣਾ ਇੱਕ ਬਣਾਇਆ ਪੇਪਰ ਲਿਸਟ ਬਿਲਡਿੰਗ ਦਾ ਜੋ ਸਾਡਾ ਫਾਰਮੈਟ ਉਹਨੂੰ ਜ਼ਰੂਰ ਦਿਓ
ਉਹਦੇ ਕੋਲ ਬੈਠ ਕੇ ਉਹਦੇ ਤੇ 100 ਨੰਬਰ ਲਿਖੇ ਹੋਏ ਆ, ਯਾਨੀ ਤੁਸੀਂ ਕੋਸ਼ਿਸ਼ ਕਰੋ ਕਿ ਪਹਿਲੇ 100 ਲੋਕਾਂ ਦੀ ਲਿਸਟ ਉਹਦੇ ਕੋਲ ਬੈਠ ਕੇ ਬਣਾਓ। ਦੈਨ ਤੁਸੀਂ ਉਹਨੂੰ ਕਹਿਣਾ ਅਗਲੇ 100% ਦੀ ਲਿਸਟ ਜਿਹੜੀ ਆ ਤੂੰ ਆਪਣੇ ਆਪ ਬਣਾਉਣੀ ਹੈ। ਜੇ ਨਹੀਂ ਹੈ ਤਾਂ ਤੁਸੀਂ ਉਹਨੂੰ ਜ਼ੂਮ ਤੇ ਲੈ ਕੇ ਆਓ, ਜ਼ੂਮ ਦੇ ਉੱਤੇ ਤੁਸੀਂ ਉਹਨੂੰ ਡੀਲ ਕਰ ਸਕਦੇ ਆ ਕਿ ਮੈਂ ਤੇਰੇ ਸਾਹਮਣੇ ਬੈਠਾ, ਤੋਂ ਵੀਡੀਓ ਕਾਨਫਰੰਸ ਤੇ ਤੁਸੀਂ ਉਹਦੀ ਲਿਸਟ ਬਣਵਾ ਸਕਦੇ ਆ, ਕਿਉਂਕਿ ਅੱਜ ਕੱਲ੍ਹ ਇਹ ਵੀ ਬਹੁਤ ਵਧੀਆ ਟੈਕਨੀਕ ਆ, ਆਪਾਂ ਇਹਨੂੰ ਵੀ ਯੂਜ਼ ਕਰ ਸਕਦੇ ਆ। ਸੋ ਮਿਨੀਮਮ 200 ਪਲੱਸ ਦਾ ਡਾਟਾ, ਕਿਉਂਕਿ ਸ਼ੁਰੂ ਦੇ ਪਹਿਲੇ 3 ਮਹੀਨੇ ਤੋਂ 4 ਮਹੀਨੇ ਉਹਦੇ ਆਪਾਂ ਐਫਰਟ ਕਰਵਾਉਣੇ ਆ, ਜਿਹਦੇ ਵਿੱਚ ਉਹਦਾ ਆਪਾਂ ਫਸਟ ਲੈਵਲ ਅਚੀਵ ਕਰਾਉਣਾ ਵਾ। ਅਗਰ ਤੁਸੀਂ ਕਿਸੇ ਨੂੰ ਜਲਦੀ ਸਪੀਡ ਤੇ ਲੈ ਕੇ ਆਓਗੇ, ਅੰਡਰਸਟੂਡ, ਉਹ ਜਲਦੀ ਰਿਕਵਰੀ ਕਰੇਗਾ ਆਪਣੇ ਅਗਲੇ ਪਰਸਨ ਦੀ ਵੀ, ਕਿਉਂਕਿ ਇਹਨੂੰ ਪਤਾ ਹੈਗਾ ਅਗਰ 3 ਮਹੀਨੇ 'ਚ ਮੈਂ ਡਾਇਰੈਕਟਰ ਅਚੀਵ ਕੀਤਾ ਤਾਂ ਅੰਡਰਸਟੂਡ ਮੈਂ ਆਪਣੇ ਨੈਟਵਰਕ 'ਚ ਬੜੀ ਜਲਦੀ ਜਲਦੀ ਡਾਇਰੈਕਟਰ ਲੈ ਕੇ ਆਇਆ। ਦੈਨ ਉਸ ਤੋਂ ਬਾਅਦ ਇਨਵੀਟੇਸ਼ਨ, ਜਦੋਂ ਵੀ ਤੁਹਾਡਾ ਡ੍ਰੀਮ ਯਾਨੀ ਗੋਲ ਤੁਹਾਡਾ ਸੈੱਟ ਹੋ ਜਾਂਦਾ, ਤੁਹਾਡੀ ਲਿਸਟ ਬਣ ਜਾਂਦੀ, ਫਿਰ ਤੁਸੀਂ ਇਨਵੀਟੇਸ਼ਨ ਕਰਦੇ। ਇਨਵੀਟੇਸ਼ਨ ਮੀਨ ਇਨਵੀਟੇਸ਼ਨ ਤੋਂ ਬਾਅਦ ਸਾਡਾ ਅਗਲਾ ਸਟੈਪ ਹੁੰਦਾ ਫਿਰ ਹੋਮ ਮੀਟਿੰਗ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣਾ, ਸਭ ਨੂੰ ਪਹਿਲਾਂ ਗੋਲ ਸੈੱਟ ਕਰਾਉਣਾ ਉਸ ਪਰਸਨ ਦਾ, ਫਿਰ ਲਿਸਟ ਬਣਵਾਉਣੀ ਆ, ਕਿਉਂਕਿ ਬਈ ਵਾਰ ਕੀ ਹੁੰਦਾ ਕਿ ਆਪਾਂ ਕਿਸੇ ਪਰਸਨ ਨੂੰ ਜੁਆਇਨ ਕਰਾਉਂਦੇ ਹਾਂ ਤੇ ਉਸ ਤੋਂ ਬਾਅਦ ਉਹਨੂੰ ਫੋਨ ਕਰਕੇ ਕਹਿੰਦੇ ਆ ਕਿ ਤੂੰ ਲਿਸਟ ਬਣਾ, ਉਹ ਕਹਿੰਦਾ ਮੈਂ ਕਿਉਂ ਬਣਾਵਾਂ, ਕਿਉਂਕਿ ਆਪਾਂ ਗੋਲ ਹੀ ਨਹੀਂ ਸੈੱਟ ਕੀਤਾ ਹੁੰਦਾ। ਸੋ ਸਭ ਨੂੰ ਪਹਿਲਾਂ ਗੋਲ, ਸੋ ਡ੍ਰੀਮ ਨੂੰ ਗੋਲ 'ਚ ਕਨਵਰਟ ਕਰਕੇ ਆਉਣਾ ਵਾ। ਲਿਸਟ ਬਣਨ ਤੋਂ ਬਾਅਦ ਫਿਰ ਉਹ ਜਿਹੜੀ ਲਿਸਟ ਆ ਫਿਰ ਉਹ 'ਚੋਂ ਇਨਵੀਟੇਸ਼ਨ ਸ਼ੁਰੂ ਕਰਾਉਣਾ ਵਾ। ਅਗਰ ਕੋਸ਼ਿਸ਼ ਕਰੋ ਕਿ ਇਨਵੀਟੇਸ਼ਨ ਤੁਸੀਂ ਕੋਲ ਬੈਠ ਕੇ ਕਰੋ ਤੇ ਉਹ ਜ਼ਿਆਦਾ ਵਧੀਆ ਹੋਏਗਾ, ਕਿਉਂਕਿ ਜਿਹੜੀ ਉਹਦੀ ਲਿਸਟ ਹੋਏਗੀ ਤੁਸੀਂ ਉਹਦੇ ਕੋਲ ਬੈਠ ਕੇ ਉਹਦੇ 'ਚ ਕੁਝ ਤੋਂ 10 ਤੋਂ 15% ਨੂੰ ਕਾਲ ਕਰੋਗੇ, ਆਪਣੇ ਘਰੇ ਹੋਮ ਮੀਟਿੰਗ ਲਈ ਉਹਨਾਂ ਨੂੰ ਇਨਵਾਈਟ ਕਰੇਗਾ। ਕਿਉਂਕਿ ਇਹ ਵੀ ਇੱਕ ਮਾਈਨਸ ਪੁਆਇੰਟ ਹੈ, ਜਿੱਦਾਂ ਮੈਂ ਬਹੁਤ ਵਾਰ ਦੱਸਦਾ ਵਾਂ ਕਿ ਆਪਾਂ ਉਸ ਪਰਸਨ ਨੂੰ ਕਹਿ ਦਿੰਦੇ ਹਾਂ ਕਿ ਤੂੰ ਇਨਵਾਈਟ ਕਰ, ਤੇ ਉਹ ਆਪਣੇ ਤਰੀਕੇ ਨਾਲ ਇਨਵੀਟੇਸ਼ਨ ਕਰਦਾ, ਜਿਹੜਾ ਕਰਕੇ ਉਹ ਆਪਣਾ ਸਰਕਲ ਨੂੰ ਖਰਾਬ ਕਰ ਲੈਂਦਾ। ਸੋ ਕੋਸ਼ਿਸ਼ ਕਰੋ ਕਿ ਐਟਲੀਸਟ ਤੁਸੀਂ ਉਹਨੂੰ ਕਾਲ ਬੈਠ ਕੇ ਜਾਂ ਕਾਨਫਰੰਸ ਤੇ ਕਾਲ ਕਰਕੇ ਤੁਸੀਂ ਉਹਨਾਂ ਪਰਸਨ ਨੂੰ ਇਨਵਾਈਟ ਕਰੋ ਜੋ ਉਹਦੀ ਲਿਸਟ ਦੇ ਵਿੱਚ ਉਹਨਾਂ ਦੇ ਨਾਮ ਲਿਖੇ ਹੋਏ ਆ। ਸੋ ਸਭ ਨੂੰ ਪਹਿਲਾਂ ਆਪਾਂ ਟਾਰਗੇਟ ਕਰਨੀ ਉਹਦੇ ਨੇਬਰ, ਜੋ ਉਹਦੇ ਲੈਫਟ ਸਾਈਡ ਵਾਲੇ, ਉਹਦੇ ਰਾਈਟ ਸਾਈਡ ਵਾਲੇ ਆ, ਪਲੱਸ ਜੋ ਵੀ ਉਹਦੇ ਆਂਢੀ ਗੁਆਂਢੀ ਜਿੰਨਾ 10 12 20 ਘਰਾਂ ਦੇ ਵਿੱਚ ਉਹਦਾ ਸਰਕਲ ਆ, ਜਿਨ੍ਹਾਂ ਨੂੰ ਮਿਲਦਾ ਗਿਲਦਾ ਵਾ ਜਾਂ ਕਹਿ ਸਕਦੇ, ਪਲੱਸ ਸਭ ਨੂੰ ਪਹਿਲਾਂ ਉਹਦੇ ਕਲੋਜ਼ ਫਰੈਂਡ ਆ, ਸਭ ਨੂੰ ਪਹਿਲਾਂ ਆਪਾਂ ਉਹਨਾਂ ਨੂੰ ਟਾਰਗੇਟ ਕਰਨਾ ਵਾ ਕਿ ਉਹਨਾਂ ਨੂੰ ਇਨਵੀਟੇਸ਼ਨ ਕੀਤਾ ਜਾਵੇ। ਜਦੋਂ ਵੀ ਹੋਮ ਮੀਟਿੰਗ ਆਪਣੀ ਫਾਈਨਲ ਹੋ ਜਾਂਦੀ ਹੈ, ਇਨਵੀਟੇਸ਼ਨ 'ਚ ਕੁਝ ਮੈਂ 2-4 ਲਾਈਨਾਂ ਜ਼ਰੂਰ ਤੁਹਾਨੂੰ ਕਹੂੰਗਾ, ਕਿਉਂਕਿ ਬਹੁਤ ਵਾਰ ਪਰਸਨ ਇੱਥੇ ਮਿਸਟੇਕ ਕਰ ਦਿੰਦੇ। ਸੋ ਕੁਝ ਪੁਆਇੰਟਸ ਜਿਹੜੇ ਮੈਂ ਤੁਹਾਨੂੰ ਸ਼ੇਅਰ ਕਰਦਾ ਵਾਂ, ਜਿਹਨੂੰ ਮੋਸਟਲੀ ਮੈਂ ਫੋਲੋ ਕਰਦਾ ਹਾਂ। ਯੂਅਰ ਬੈਸਟ ਕਨੈਕਸ਼ਨ। ਸੋ ਪਹਿਲੀ ਲਾਈਨ, ਸਮੇਂ ਪ੍ਰਤੀਬੰਧ ਸਥਾਪਿਤ ਕਰੇ। ਕਈ ਵਾਰ ਕੀ ਹੁੰਦਾ, ਜਦੋਂ ਆਪਾਂ ਕਿਸੇ ਨੂੰ ਕਾਲ ਕਰਦੇ ਹਾਂ ਤਾਂ ਆਪਾਂ ਇਹ ਚੀਜ਼ ਭੁੱਲ ਜਾਂਦੇ ਕਿ ਅਸਲ ਦੇ ਵਿੱਚ ਆਪਾਂ ਉਹਨੂੰ ਕਾਲ ਕਿਉਂ ਕੀਤੀ ਸੀ, ਤੇ ਆਪਾਂ ਸਮੇਂ ਨੂੰ ਬਹੁਤ ਲੰਮਾ ਲੈ ਜਾਂਦੇ, ਖਿੱਚ ਕੇ ਆਪਾਂ ਉਲਝ ਜਾਂਦੇ ਹਾਂ ਦੂਸਰੀਆਂ ਗੱਲਾਂ 'ਚ। ਸੋ ਜਦੋਂ ਵੀ ਤੁਸੀਂ ਕਿਸੇ ਨੂੰ ਕਾਲ ਕਰਨੀ ਹੈ, ਫਸਟ ਤੁਹਾਡਾ ਪਹਿਲਾ ਸਟੈਪ ਆ ਕਿ ਤੁਸੀਂ ਇਹ ਟਾਰਗੇਟ ਲੈ ਕੇ ਕਾਲ ਕਰਨੀ ਹੈ ਕਿ ਮੈਂ ਵਿਦਨ 1 ਤੋਂ 1.5 ਮਿੰਟ ਦੇ ਵਿੱਚ ਉਹਨਾਂ ਸਾਰੀ ਡਿਸਕਸ਼ਨ ਕਰਕੇ ਉਹਨੂੰ ਇਨਵਾਈਟ ਕਰਨਾ। ਅਗਰ ਆਪਾਂ ਉਹਨੂੰ ਲੰਮੀਆਂ ਗੱਲਾਂ ਸਟਾਰਟਅਪ ਕਰ ਲਾਂਗੇ ਤੇ ਅੰਡਰਸਟੂਡ ਆਪਾਂ ਆਪਣੇ ਮਕਸਦ ਤੋਂ ਭਟਕ ਜਾਵਾਂਗੇ, ਤੇ ਜਿਹੜੀ ਗੱਲ ਮੇਨ ਹੋਵੇ ਉਹ ਵਿੱਚ ਹੀ ਰਹਿ ਜਾਏਗੀ। ਅੱਜ ਕੱਲ੍ਹ ਲੋਕ ਜਾਨੀ ਕਹਿ ਸਕਦੇ ਅਨਸੈਸਰੀ ਬੀਜੀ, ਸੋ ਆਪਾਂ ਲੋਕਾਂ ਦਾ ਬਹੁਤ ਘੱਟ ਟਾਈਮ ਲੈਣਾ ਔਰ ਬਹੁਤ ਘੱਟ ਟਾਈਮ 'ਤੇ ਉਹਨਾਂ ਨੂੰ ਇਨਵੀਟੇਸ਼ਨ ਕਰਨਾ। ਔਰ ਇਨਵੀਟੇਸ਼ਨ ਜਾਨੀ ਜੋ ਇਨਵੀਟੇਸ਼ਨ ਦਾ ਬੇਸਿਕ ਪੈਰਾਮੀਟਰ ਇਹੀ ਕਹਿੰਦਾ ਵਾ, ਇਨਵੀਟੇਸ਼ਨ ਮੈਕਸਿਮਮ 1 ਤੋਂ 1.5 ਮਿੰਟ ਦਾ ਹੋਣਾ ਚਾਹੀਦਾ ਵਾ। ਜਿਸ ਤਰ੍ਹਾਂ ਆਪਾਂ ਅਪਰੋਚ ਕਰਵਾਉਂਦੇ ਹਾਂ ਕਿ ਮੈਕਸਿਮਮ 30 ਤੋਂ 40 ਸੈਕਿੰਡ ਦੀ ਹੋਣੀ ਚਾਹੀਦੀ ਹੈ, ਸੋ ਸੇਮ ਆਪਾਂ ਇਹ ਵੀ ਚੀਜ਼ ਸਿਖਾਉਂਦੇ ਕਿ ਜਿਹੜਾ ਤੁਹਾਡਾ ਇਨਵੀਟੇਸ਼ਨ ਆ, ਜਿਹੜਾ ਤੁਸੀਂ ਕਿਸੇ ਨੂੰ ਕਾਲ ਤੇ ਫਸਟ ਕਾਲ ਤੇ ਕਿਸੇ ਨੂੰ ਆਪਣੇ ਘਰੇ ਬੁਲਾਉਣਾ ਵਾ, ਜਾਂ ਤੁਸੀਂ ਉਹਨੂੰ ਸੈਮੀਨਾਰ ਤੇ ਵੀ ਬੁਲਾਉਣਾ, 1 to 1 ਤੇ ਵੀ ਬੁਲਾਉਣਾ ਵਾ, ਤੇ ਮੈਕਸਿਮਮ 1 ਤੋਂ 1.5 ਘੰਟਾ, ਸੌਰੀ 1 ਤੋਂ 1.5 ਮਿੰਟ। ਅਗਲੀ ਗੱਲ, ਮੌਕਾ ਦੇਖ ਕੇ ਸਹੀ ਤਰੀਕ। ਇਨਵੀਟੇਸ਼ਨ ਦੇ ਵਿੱਚ ਕੀ ਜ਼ਰੂਰੀ ਹੈ, ਜੋ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ 'ਚ ਜਾਨੀ ਕਹਿ ਸਕਦੇ ਕਿ ਚਾਹੁੰਦਾ ਕਿ ਮੈਨੂੰ ਉਹ ਚੀਜ਼ ਮਿਲੇ ਜਿਹਨੂੰ ਆਪਾਂ ਕਹਿੰਦੇ ਪ੍ਰੇਜ਼ਿੰਗ, ਤਾਰੀਫ। ਮੌਕਾ ਦੇਖ ਕੇ ਆਪਾਂ ਉਹਦੀ ਤਾਰੀਫ ਕਰ ਸਕਦੇ। ਜਿੱਦਾਂ ਮੇਰਾ ਕੋਈ ਫਰੈਂਡ, ਮੈਂ ਉਹਨੂੰ ਜਦੋਂ ਵੀ ਕਾਲ ਕਰਾਂਗਾ ਸੋ ਦੇਖ ਕੇ, ਯਾਰ ਮੈਂ ਤੁਹਾਨੂੰ ਕਾਲ ਇਸੇ ਕਰਕੇ ਕੀਤੀ ਸੀ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਬਹੁਤ ਵੱਡੇ ਵੱਡੇ ਸੁਪਨੇ ਰੱਖਦੇ ਆ, ਕਿਉਂਕਿ ਆਪਾਂ ਜਦੋਂ ਵੀ ਮਿਲਦੇ ਹਾਂ ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ। ਸੋ ਮੈਨੂੰ ਲੱਗਾ ਕਿ ਤੁਸੀਂ ਆਪਣੀ ਲਾਈਫ 'ਚ ਬਹੁਤ ਵੱਡਾ ਕਰਨਾ ਚਾਹੁੰਦੇ, ਮੈਂ ਕਿੰਨਾ ਕਿ ਆਪਾਂ ਇੱਕ ਵਾਰ ਜ਼ਰੂਰ ਮਿਲੀਏ। ਸਹੀ ਤਾਰੀਫ ਕਿਸੇ ਵੀ ਚੀਜ਼ ਨੂੰ ਲੈ ਕੇ ਹੋ ਸਕਦੀ ਹੈ, ਉਹ ਤੁਸੀਂ ਖੁਦ ਡਿਸਾਈਡ ਕਰਨਾ ਵਾ, ਕਿਉਂਕਿ ਤੁਹਾਡਾ ਪਰਸਨ ਆ, ਤੁਸੀਂ ਉਹਨੂੰ ਜ਼ਿਆਦਾ ਜਾਣਦੇ ਕਿ ਉਹਦੀ ਕਿਸ ਜਗ੍ਹਾ ਤੇ ਤਾਰੀਫ ਕਰਨੀ ਹੈ। ਲੇਕਿਨ ਸਹੀ ਤੇ ਸੱਚੀ, ਮੈਂ ਹਮੇਸ਼ਾ ਕਹਿੰਦਾ कि तारीफ ਜਿਹੜੀ ਸਹੀ ਤੇ ਸੱਚੀ ਹੋਣੀ ਚਾਹੀਦੀ। उनको कारण बताएंगे आपने कॉल क्यों की, कारण की बताना वा, जो मेन आप गल की करनी है। मैं थोड़ा डेमो दे के ਤੁਹਾਨੂੰ ਸਮਝਾ ਦਿੰਦਾ। ਫਾਰ ਐਗਜ਼ਾਮਪਲ ਮੇਰਾ ਇੱਕ ਫਰੈਂਡ ਆ ਰਾਹੁਲ, ਮੈਂ ਉਹਨੂੰ ਕਾਲ ਕੀਤੀ ਆ ਜਦੋਂ ਆਪਾਂ ਸਟਾਰਟਿੰਗ 'ਚ ਗੱਲ ਕਰਦੇ ਹਾਂ, ਔਰ ਸਰ ਕੀ ਹਾਲ ਚਾਲ ਆ, ਫੈਮਿਲੀ ਪਰਿਵਾਰ ਸਭ ਠੀਕ ਆ, ਸੋ ਕਿਸ ਤਰ੍ਹਾਂ ਚੱਲ ਰਿਹਾ ਤੁਹਾਡਾ ਕਾਰੋਬਾਰ। ਸੋ ਜੋ ਵੀ ਡਿਸਕਸ਼ਨ ਹੋਣ ਤੋਂ ਬਾਅਦ ਤੁਸੀਂ ਦੈਨ ਇਮੀਡੀਏਟ ਆਪਣੇ ਟੌਪਿਕ ਤੇ ਆਉਣਾ ਵਾ ਤੇ ਉਹਨਾਂ ਨੂੰ ਰੀਜ਼ਨ ਦੱਸਣਾ ਵਾ ਕਿ ਮੈਂ ਆਪਣੇ ਘਰੇ ਇੱਕ ਹੋਮ ਮੀਟਿੰਗ ਰੱਖੀ ਆ, ਸੋ ਮੈਂ ਇੱਕ ਬ੍ਰਾਂਡ ਨਾਲ ਜੁੜਿਆ ਵਾਂ, ਜਾਂ ਤੁਸੀਂ ਵੀ ਕਹਿ ਸਕਦੇ ਹਾਂ ਕਿ ਮੈਂ ਇੱਕ ਸਿਸਟਮ ਨਾਲ ਜੁੜਿਆ ਵਾਂ, ਜਾਂ ਮੈਂ ਇੱਕ ਸਿਸਟਮ ਨੂੰ ਯਾਨੀ ਇੱਕ ਬਿਜ਼ਨਸ ਨੂੰ ਸ਼ੁਰੂ ਕੀਤਾ ਵਾ, ਜ਼ਬਰਦਸਤ ਬਿਜ਼ਨਸ ਆ। ਸੋ ਇਹਨੂੰ એનર્ਜੀ ਦੇ ਨਾਲ ਕਹਿਣਾ ਵਾ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਲੋ એનર્ਜੀ 'ਚ ਰਹਿੰਦੇ ਹਾਂ, ਜਿਹੜਾ ਕਰਕੇ ਸਾਹਮਣੇ ਵਾਲਾ ਪਰਸਨ ਸਾਨੂੰ ਰਿਸਪੌਂਸ ਨਹੀਂ ਦਿੰਦਾ।
ਕਹਿੰਦੇ ਚੀਜ਼ ਹਮੇਸ਼ਾ ਮੈਟਰ ਕਰਦੀ ਕਿ ਜਦੋਂ ਤੁਸੀਂ ਕਿਸੇ ਨੂੰ ਆਪਣੀ એનર્ਜੀ ਦਿੰਦੇ ਆ ਤਾਂ ਤੁਹਾਨੂੰ ਵੀ ਸੇਮ ਅੱਗੋਂ એનર્ਜੀ ਮਿਲਦੀ ਹੈ। ਸੋ એનર્ਜੀ ਦੇਣੀ ਆ ਕਿ ਜ਼ਬਰਦਸਤ ਕੰਸੈਪਟ ਆ। ਸੋ ਮੈਂ ਕੰਸੈਪਟ ਨੂੰ ਸੁਣਿਆ ਔਰ ਮੈਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਦੀ ਇਸ ਕੰਸੈਪਟ ਤੋਂ ਜ਼ਿੰਦਗੀ ਬਦਲੀ ਹੈ। ਸੋ ਮੈਂ ਡਿਸਾਈਡ ਕੀਤਾ ਕਿਉਂ ਨਾ ਆਪਾਂ ਇਹਨੂੰ ਮਿਲ ਕੇ ਕਰੀਏ। ਸੋ ਮੈਂ ਵੀ ਇਹਨੂੰ ਸ਼ੁਰੂ ਕਰਨਾ ਚਾਹੁੰਦਾ। ਮੈਂ ਕਹਿੰਦਾ ਅਗਰ ਆਪਾਂ ਦੋਨੋਂ ਬੈਠ ਕੇ ਉਸ ਸਿਸਟਮ ਨੂੰ ਸੁਣੀਏ ਤਾਂ ਆਪਾਂ ਆਪਣੇ ਆਉਣ ਵਾਲੇ ਸਮੇਂ 'ਚ ਕੁਝ ਬਹੁਤ ਵੱਡਾ ਕਰ ਸਕਦੇ ਹਾਂ। ਸੋ ਮੈਨੂੰ ਤੁਹਾਡਾ 1 ਘੰਟਾ ਚਾਹੀਦਾ ਵਾ। ਸੋ ਮੈਂ ਆਪਣੇ ਘਰੇ ਇਹ ਮੀਟਿੰਗ ਨੂੰ ਆਰਗੇਨਾਈਜ਼ ਕੀਤਾ ਵਾ। ਮੈਂ ਚਾਹੁੰਦਾ ਕਿ ਆਪਾਂ ਇੱਕ ਵਾਰ ਜ਼ਰੂਰ ਮਿਲੀਏ। ਸੋ ਤੁਸੀਂ ਉਸ ਮੀਟਿੰਗ ਨੂੰ ਜ਼ਰੂਰ ਅਰੇਂਜ ਕਰਨਾ ਆਪਣੇ ਘਰ, ਕਿਉਂਕਿ ਜਦੋਂ ਤੁਸੀਂ ਕਿਸੇ ਪਰਸਨ ਨੂੰ ਆਪਣੇ ਘਰ ਇਨਵਾਈਟ ਕਰਦੇ ਆ, ਕੱਲ ਅਗਰ ਉਹ ਪਰਸਨ ਤੁਹਾਡੇ ਨਾਲ ਟੱਚ ਹੋ ਕੇ ਜਾਨੀ ਜੁਆਇਨ ਕਰਦਾ ਵਾ ਤਾਂ ਉਹਦਾ ਪਹਿਲਾ ਸਟੈਪ ਇਹ ਕਲੀਅਰ ਹੁੰਦਾ ਕਿ ਅਗਰ ਇਸ ਪਰਸਨ ਨੇ ਮੈਨੂੰ ਆਪਣੇ ਘਰੇ ਬੁਲਾ ਕੇ ਜੁਆਇਨ ਕਰਾਇਆ ਸੀ, ਦੈਨ ਹੁਣ ਮੇਰਾ ਮਕਸਦ ਬਣਦਾ ਕਿ ਮੈਂ ਆਪਣੇ ਸਰਕਲ ਨੂੰ ਆਪਣੇ ਘਰੇ ਬੁਲਾ ਕੇ ਸਟਾਰਟਿੰਗ ਤੋਂ ਜੁਆਇਨ ਕਰਾਵਾਂ। ਸੋ ਸਟੈਪ ਨੂੰ ਜ਼ਰੂਰ ਰੱਖਣਾ ਵਾ। ਸਾਹਮਣੇ ਤੁਹਾਨੂੰ ਜੋ ਵੀ ਰਿਸਪੌਂਸ ਆਏਗਾ, ਬਹੁਤ ਸਾਰੇ ਰਿਸਪੌਂਸ ਇਹੋ ਜਿਹੇ ਮਿਲਣਗੇ, ਕੰਪਨੀ ਆ ਜੇ ਉਹ ਚੈਨ ਬਣਾਉਣ ਵਾਲਾ, ਤੁਸੀਂ ਸਾਰੀਆਂ ਗੱਲਾਂ ਰਲਾਮ ਲੈ ਕੇ ਇੱਕ ਹੀ ਨਿਚੋੜ ਕੱਢ ਕੇ ਦੇਣਾ ਵਾ ਕਿ ਮੈਂ ਵੀ ਇਸ ਸਿਸਟਮ 'ਚ ਨਵਾਂ ਵਾਂ ਜਾਂ ਮੈਂ ਵੀ ਇਸ ਸਿਸਟਮ 'ਚ ਨਵੀਂ ਆ। ਮੈਨੂੰ ਖੁਦ ਨਹੀਂ ਇਹਦੇ ਬਾਰੇ ਇੰਨਾ ਪਤਾ, ਮੈਂ ਤੁਹਾਨੂੰ ਬਹੁਤ ਕੁਝ ਦੱਸਣਾ ਚਾਹੁੰਦਾ ਵਾਂ, ਪਰ ਇਹ ਗੱਲ ਫੋਨ ਕਾਲ ਤੇ ਨਹੀਂ ਹੋ ਸਕਦੀ। ਤੁਸੀਂ ਦੱਸੋ ਕਿ ਤੁਸੀਂ ਸੋਮਵਾਰ ਮਿਲੋਗੇ, ਮੰਗਲਵਾਰ ਮਿਲੋਗੇ ਕਿ ਬੁੱਧਵਾਰ ਮਿਲੋਗੇ। ਸੋ ਤੁਸੀਂ ਉਹਨਾਂ ਨੂੰ ਆਪਸ਼ਨਸ ਦੇ ਸਕਦੇ ਆ। ਅਗਰ ਸ਼ਾਇਦ ਇੱਕ ਹੀ ਦਿਨ ਦੋਗੇ ਤੇ ਉਹ ਮਨਾ ਕਰ ਦੇਗਾ ਕਿ ਮੈਂ ਸੋਮਵਾਰ ਬਿਜੀ ਹਾਂ। ਅਗਰ ਤੁਸੀਂ ਮੰਗਲਵਾਰ ਔਰ ਬੁੱਧਵਾਰ, ਵੈਨਸਡੇ, ਟਿਊਜ਼ਡੇ, ਜੋ ਵੀ ਤੁਸੀਂ ਨੂੰ ਡੇ ਦੋਗੇ, 2-3 ਆਪਸ਼ਨਾਂ ਦੋਗੇ, ਇੱਕ ਆਪਸ਼ਨ ਨੂੰ ਜ਼ਰੂਰ ਸਿਲੈਕਟ ਕਰੇਗਾ। ਸੋ ਉਸ ਤੋਂ ਬਾਅਦ ਤੁਸੀਂ ਇਹਦੀ ਮੀਟਿੰਗ ਨੂੰ ਫਿਕਸ ਕਰਕੇ ਇਹਨੂੰ ਤੁਸੀਂ ਆਪਣੇ ਘਰ ਲਈ ਇਨਵਾਈਟ ਕਰ ਸਕਦੇ। ਵੈਰੀ ਗੁੱਡ। ਸੋ ਬੜੀ ਜ਼ਬਰਦਸਤ ਲਾਈਨ ਲਿਖੀ ਹੈ। ਮੈਂ ਕਿਉਂ ਲਿਖੀ ਹੈ? ਕਾਲ ਕਰਦੇ ਸਮੇਂ ਆਪਣੀ ਬॉडी लैंग्वेज का ध्यान रखें। ਕਈ ਵਾਰ ਕੀ ਹੁੰਦਾ ਕਿ ਆਪਾਂ ਲੇਟ ਕੇ ਕਾਲ ਕਰ ਰਹੇ ਹੁੰਦੇ ਆ, ਜਾਂ ਸਾਨੂੰ ਕਿਸੇ ਵੇਲੇ ਇਹੋ ਜਿਹੇ ਟਾਈਮ ਤੇ ਯਾਦ ਆ ਜਾਂਦਾ ਕਿ ਮੈਂ ਕਿਸੇ ਪਰਸਨ ਨੂੰ ਕਾਲ ਕਰਨੀ ਜਿਸ ਟਾਈਮ ਤੁਸੀਂ ਖੁਦ ਹੀ ਡਾਊਨ ਹੁੰਦੇ ਆ। ਸੋ ਬॉडी लैंग्वेज ਕਹਿੰਦੇ ਬॉडी लैंग्वेज ਮੈਟਰ ਨਹੀਂ ਕਰਦਾ ਕਿ ਤੁਸੀਂ ਆਮੋ ਸਾਹਮਣੇ ਬੈਠੇ ਆ, ਫਿਰ ਹੀ ਬॉडी लैंग्वेज ਮੈਟਰ ਕਰਦੀ ਹੈ। ਕਿਉਂਕਿ ਅਗਰ ਤੁਸੀਂ ਲੇਟ ਕੇ ਸਹੀ ਪੋਸਚਰ 'ਚ ਕਿਸੇ ਨੂੰ ਕਾਲ ਨਹੀਂ ਕਰਦੇ ਤਾਂ ਅੰਡਰਸਟੂਡ ਤੁਹਾਡੀ ਆਵਾਜ਼ 'ਚ ਉਹ ਅਟਰੈਕਸ਼ਨ ਨਹੀਂ ਹੁੰਦੀ ਜੋ ਹੋਣੀ ਚਾਹੀਦੀ ਹੈ। ਸੋ ਪ੍ਰੋਪਰ ਸਿਸਟਮੈਟਿਕਲੀ ਤੁਸੀਂ ਬੈਠ ਕੇ ਜਾਂ ਪੂਰਾ ਐਕਟਿਵ ਹੋ ਕੇ ਤੁਸੀਂ ਚੱਲਦੇ ਫਿਰਦੇ ਵੀ ਕਾਲ ਕਰ ਸਕਦੇ ਆ, ਪੂਰੇ ਐਨਰਜੈਟਿਕ ਹੋ ਕੇ, ਕਿ ਵਾਕਈ ਉਹਨੂੰ ਲੱਗੇ ਕਿ ਇਹ ਪਰਸਨ ਬਹੁਤ ਸੀਰੀਅਸ ਹੋ ਕੇ ਮੈਨੂੰ ਸਿਸਟਮ ਦੇ ਇਨਵਾਈਟ ਕਰ ਰਿਹਾ ਵਾ, ਜ਼ਰੂਰ ਇਸ ਕੰਮ 'ਚ ਕੁਝ ਅਲੱਗ ਹੈਗਾ ਵਾ। ਤੇ ਵੀਨਸ, ਮੈਂ ਫਿਰ ਰਿਪੀਟ ਕਰਦਾ, ਉਹਨਾਂ ਪਰਸਨ ਲਈ ਆ ਜਿਹਨੂੰ ਬਹੁਤ ਸੀਰੀਅਸ ਹੋ ਕੇ ਕਰਦੇ, ਡੈਡੀਕੇਸ਼ਨ ਨਾਲ ਕਰਦੇ, ਨਾ ਕਿ ਉਹਨਾਂ ਲਈ ਜਿਹੜੇ ਟ੍ਰਾਇਲ ਕਰਦੇ ਆ। ਸੋ ਆਪਾਂ ਕੋਈ ਵੀ ਟ੍ਰਾਇਲ ਨਹੀਂ ਕਰਨਾ, ਕੋਈ ਐਕਸਪੈਰੀਮੈਂਟ ਨਹੀਂ ਕਰਨਾ, ਕਿਉਂਕਿ ਆਪਣੇ ਕੋਲ ਬੜਾ ਲਿਮਟਡ ਜਿਹਾ ਟਾਈਮ ਆ, ਪਰ ਇਸੇ ਟਾਈਮ ਦੇ ਵਿੱਚ ਬਹੁਤ ਕੁਝ ਅਲੱਗ ਕਰਕੇ ਦਿਖਾਉਣਾ ਵਾ। ਇਸ ਕਰਕੇ ਜਿਹੜੀ ਗੱਲ ਕਹੀ ਜਾ ਰਹੀ ਉਹ ਤੇ ਪਹਿਲਾਂ ਰਿਸਰਚ ਹੋਈ ਆ, ਉਸ ਤੋਂ ਬਾਅਦ ਹੀ ਤੁਹਾਨੂੰ ਕਹੀ ਜਾ ਰਹੀ। ਸੋ ਪ੍ਰੋਪਰ ਬॉडी लैंग्वेज, ਇੱਕ ਸਹੀ ਪੋਸਚਰ 'ਚ ਬੈਠ ਕੇ ਪ੍ਰੋਪਰ ਫੋਨ ਯਾਨੀ ਕਿ ਸਹੀ ਨੈਟਵਰਕ 'ਚ ਬੈਠ ਕੇ ਤੁਸੀਂ ਕਾਲ ਕਰਨੀ ਹੈ ਤੇ ਤੁਸੀਂ ਪੂਰੀ ਐਕਸਾਈਟਮੈਂਟ ਨਾਲ, ਜੋਸ਼ ਨਾਲ ਉਸ ਪਰਸਨ ਨੂੰ ਇਨਵਾਈਟ ਕਰਨਾ, ਉੱਤੇ ਜ਼ਰੂਰ ਅਸਰ ਪਏਗਾ। ਦੈਨ ਉਸ ਤੋਂ ਬਾਅਦ ਅਗਲੀ ਲਾਈਨ, ਇੰਚਾਰਜ ਆਪਣੇ ਹੱਥ में रखें। ਇਹ ਮੈਂ ਲਾਈਨ ਕਿਉਂ ਲਿਖੀ ਹੈ ਕਿ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਸਾਹਮਣੇ ਵਾਲਾ ਪਰਸਨ ਜਦੋਂ ਸਾਨੂੰ ਅੱਗੋਂ ਕੋਈ ਉਹੋ ਜਿਹਾ ਰਿਸਪੌਂਸ ਦਿੰਦਾ ਵਾ ਕਿ ਮੈਨੂੰ ਪੱਕਾ ਪਤਾ ਕਿ ਜੇ ਕੰਪਨੀ ਆ ਜੀ ਆ ਉਹ ਆ, ਤੇ ਤੁਸੀਂ ਕਨਫਿਊਜ਼ ਹੋ ਜਾਂਦੇ ਆ ਔਰ ਉਲਟਾ ਤੁਸੀਂ ਉਹਨਾਂ ਦੀਆਂ ਗੱਲਾਂ 'ਚ ਉਲਝ ਕੇ ਬਹਿਸ ਕਰਕੇ ਫੋਨ ਨੂੰ ਕੱਢ ਦਿੰਦੇ ਆ। ਸੋ ਇੰਚਾਰਜ ਆਪਣੇ ਹੱਥ 'ਚ ਕੀ ਰੱਖਣਾ ਵਾ ਕਿ ਜਦੋਂ ਵੀ ਤੁਹਾਨੂੰ ਕੋਈ ਸਾਹਮਣੇ ਕੋਈ ਉਹੋ ਜਿਹਾ ਕੰਪਲੀਮੈਂਟ ਆਵੇ, ਤੁਸੀਂ ਕਹਿਣਾ ਸਰ ਦੇਖੋ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਹਾਂ, ਬਟ ਮੈਂ ਕਹਿੰਦਾ ਇੱਕ ਵਾਰ ਆਪਾਂ ਜ਼ਰੂਰ ਬੈਠੀਏ, ਆਪਾਂ ਨੂੰ ਜ਼ਰੂਰ ਸੁਣੀਏ, ਕਿਉਂਕਿ ਜਿਸ ਟਾਈਮ ਮੈਂ ਇਹਨੂੰ ਦੇਖਿਆ ਸੀ, ਸੋ ਇਹ ਬਿਜ਼ਨਸ ਬਹੁਤ ਅਲਟੀਮੇਟ ਹੀ, ਬੜਾ ਯੂਨੀਕ ਹੀ। ਸਿਰਫ ਓਨਲੀ 1 ਘੰਟਾ ਚਾਹੀਦਾ। ਜਿਸ ਦਿਨ ਤੁਸੀਂ ਫ੍ਰੀ ਆ, ਇਹ 3 ਦਿਨਾਂ 'ਚ ਕੋਈ ਵੀ ਦਿਨ ਤੁਸੀਂ ਡਿਸਾਈਡ ਕਰ ਸਕਦੇ, ਮੈਂ ਆਪਣੇ ਸੀਨੀਅਰ ਨਾਲ ਤਾਲਮੇਲ ਬਣਾ ਕੇ ਤੁਹਾਡੀ ਇੱਕ ਵਾਰ ਸਿਟਿੰਗ ਕਰਾਉਣਾ ਚਾਹੁੰਦਾ, ਕਿਉਂਕਿ ਮੈਂ ਖੁਦ ਇਸ ਸਿਸਟਮ ਨੂੰ ਸ਼ੁਰੂ ਕਰਨਾ ਵਾ। ਮੈਂ ਚਾਹੁੰਦਾ ਕਿ ਆਪਾਂ ਬੈਠ ਕੇ ਕਰੀਏ। ਅਗਰ ਮੌਕਾ ਮਿਲਿਆ ਤਾਂ ਆਪਾਂ ਦੁਬਾਰਾ ਇਨਵੀਟੇਸ਼ਨ ਤੇ ਇੱਕ ਅਲੱਗ ਤੋਂ ਮੀਟਿੰਗ ਕਰਾਂਗੇ। ਮੈਂ ਤਕਰੀਬਨ 20 ਇਨਵੀਟੇਸ਼ਨ ਲਾਈਨ ਲਿਖੀਆਂ ਵਾ ਅਕੋਰਡਿੰਗ ਟੂ ਪਰਸਨ। ਤੇ ਹਾਊਸ ਵਾਈਫ ਨੂੰ ਕਿੱਦਾਂ ਇਨਵੀਟੇਸ਼ਨ ਕਰਨਾ ਵਾ, ਇੱਕ ਯੰਗਸਟ ਨੂੰ ਕਿੱਦਾਂ ਕਰਨਾ ਵਾ, ਇੱਕ ਬਿਜ਼ਨਸਮੈਨ ਨੂੰ ਕਿੱਦਾਂ ਕਰਨਾ, ਇੱਕ EMPLOYEE ਨੂੰ ਕਿੱਦਾਂ ਕਰਨਾ। ਸੋ ਅਲੱਗ-ਅਲੱਗ ਵਿਊ ਦੇ ਨਾਲ ਆਪਾਂ ਇਨਵੀਟੇਸ਼ਨ ਲਿਖੇ ਆ। ਸੋ ਮੌਕਾ ਮਿਲਿਆ ਉਹ 20 ਲਾਈਨਸ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤੀਆਂ ਜਾਣਗੀਆਂ ਕਿ ਸਾਹਮਣੇ ਵਾਲੇ ਪਰਸਨ ਨੂੰ ਤੁਸੀਂ ਉਹਦੇ ਅਕੋਰਡਿੰਗ, ਉਹਦੀ ਵੈਲਿਊ ਦੇ ਅਕੋਰਡਿੰਗ ਇਨਵੀਟੇਸ਼ਨ ਕਰ ਸਕਦੇ। ਬਟ ਆ ਬੇਸਿਕ ਜਿਹੜੀਆਂ 6 ਗੱਲਾਂ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਵਾਂ, ਇਹ ਹਰ ਜਗ੍ਹਾ ਹੀ ਫਿੱਟ ਹੁੰਦੀਆਂ। ਸੋ ਇੰਚਾਰਜ ਆਪਣੇ ਹੱਥ 'ਚ ਰੱਖਣਾ। ਅਗਰ ਇੰਚਾਰਜ ਉਹਦੇ ਹੱਥ ਚੱਲ ਗਿਆ, ਤੁਸੀਂ ਉਹਦੀਆਂ ਗੱਲਾਂ 'ਚ ਉਲਝ ਗਏ, ਜੋ ਕਹਿ ਰਿਹਾ ਤਾਂ ਅੰਡਰਸਟੂਡ ਤੁਸੀਂ ਬਿਜ਼ਨਸਮੈਨ ਹੀ ਹੋ। ਤੁਸੀਂ ਕੋਸ਼ਿਸ਼ ਕਰਨਾ ਵਾ ਕਿ ਤੁਸੀਂ ਉਸ ਦੀਆਂ ਗੱਲਾਂ 'ਚ ਆਉਣਾ, ਤੁਸੀਂ ਉਹਨੂੰ ਆਪਣੀਆਂ ਗੱਲਾਂ 'ਚ ਲੈ ਕੇ ਗੱਲ ਕਹਿਣੀ ਕਿ ਸਰ ਇੱਕ ਵਾਰ ਜ਼ਰੂਰ ਸੈਟਿੰਗ ਕਰੀਏ, ਕਰਨਾ ਨਹੀਂ ਕਰਨਾ ਤੁਹਾਡੀ ਚੋਇਸ। ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਜੋ ਲਾਈਫ 'ਚ ਵਾਕਈ ਕੁਝ ਕਰਨਾ ਚਾਹੁੰਦੇ ਆ, ਜੋ ਜਾਂ ਲਾਈਫ 'ਚ ਜਿਨ੍ਹਾਂ ਦਾ ਕੁਝ ਮਕਸਦ ਹੋਏਗਾ, ਉਹ ਤੁਹਾਨੂੰ ਜ਼ਰੂਰ ਸਮਾਂ ਦੇਣਗੇ। ਸੋ ਤੁਸੀਂ ਆਪਣੀ ਇਮਾਨਦਾਰੀ ਨਾਲ ਉਹਨਾਂ ਨੂੰ ਕਾਲ ਜ਼ਰੂਰ ਕਰਨੀ ਹੈ। ਇਹ ਮਾਈਂਡ ਸੈਟ ਕਰਕੇ ਕਾਲ ਨਾ ਕਰਿਓ ਕਿ ਉਸ ਪਰਸਨ ਨੇ ਮੈਨੂੰ ਮਨਾ ਕਰ ਦੇਣਾ, ਕਿਉਂਕਿ ਫਿਰ ਆਪਾਂ ਕਿਸੇ ਨੂੰ ਕਾਲ ਕਰ ਹੀ ਨਹੀਂ ਪਾਵਾਂਗੇ। ਸੋ ਇਹ ਮਾਈਂਡ ਸੈਟ ਕੇ ਕਾਲ ਕਰਿਓ ਕਿ ਅਗਰ ਮੇਰੀ ਲਿਸਟ ਤੇ 200 ਲੋਕ ਆ ਤਾਂ ਮੈਂ ਪੂਰਾ ਆਪਣਾ 100% ਦਊਂਗਾ ਕਿ ਮੈਂ ਉਹਨੂੰ 100 ਨੂੰ ਯਾਨੀ 200 ਨੂੰ ਹੀ ਇਨਵਾਈਟ ਕਰ ਸਕਦਾ। ਅੱਗੇ ਚੱਲਦੇ ਹਾਂ। ਸੋ ਅਗਲੀ ਲਾਈਨ ਇੱਕ ਲੱਗੀ ਸਾਡੀ ਨੀਚੇ ਦੀ ਲਾਸਟ ਲਾਈਨ, ਮਿਲਣੇ ਦਾ ਟਾਈਮ ਸੈੱਟ ਕਰਿਓ। ਜਦੋਂ ਤੁਹਾਡਾ ਪੂਰਾ ਫਾਈਨਲ ਹੋ ਜੇ, ਫਿਰ ਦੈਨ ਤੁਸੀਂ ਇੱਕ ਟਾਈਮ ਸੈੱਟ ਕਰ ਲਿਆ ਕਿ ਸਰ ਆਪਾਂ ਬੁੱਧਵਾਰ ਸ਼ਾਮ ਨੂੰ ਮਿਲਦੇ ਹਾਂ
ਜਾਂ ਮੰਗਲਵਾਰ ਮਾਰਨਿੰਗ ਮਿਲਨੇ ਆ। ਸੋ ਜਿਹੜਾ ਵੀ ਟਾਈਮ ਤੁਸੀਂ ਆਪਣੇ ਸੀਨੀਅਰ ਅਪਲਾਈਨ ਜੋ ਤੁਹਾਡੀ ਐਕਟਿਵ ਅਪਲਾਈਨ ਜਿਹਨੇ ਤੁਹਾਨੂੰ ਸਿਸਟਮ ਤੇ ਲਿਆਂਦਾ, ਕਿਉਂਕਿ ਤੁਸੀਂ ਹੋਮ ਮੀਟਿੰਗ ਉਸ ਪਰਸਨ ਤੋਂ ਲੈਣੀ, ਫਿਰ ਉਸ ਪਰਸਨ ਦੇ ਨਾਲ ਤੁਸੀਂ ਟਾਈਮ ਮੈਚ ਕਰਨਾ ਕਿ ਸਰ ਅੱਜ ਮੈਨੂੰ 6 ਤੋਂ 7 ਪਰਸਨ ਨੇ ਟਾਈਮ ਦੇ ਦਿੱਤਾ ਕਿ ਆਪਾਂ ਮੰਗਲਵਾਰ ਮਾਰਨਿੰਗ ਟਾਈਮ ਹੋਮ ਮੀਟਿੰਗ ਕਰ ਸਕਦੇ। ਜਦੋਂ ਡਨ ਕਰੇਗਾ ਤੇ ਤੁਸੀਂ ਮਾਰਨਿੰਗ ਟਾਈਮ ਉਹਨਾਂ ਸੈੱਟ ਕਰ ਸਕਦੇ। ਮਿਨੀਮਮ 2 ਤੋਂ 3 ਡੇ ਐਡਵਾਂਸ ਚੱਲਣਾ ਔਰ ਆਪਣੀ ਅਪਲਾਈਨ ਨੂੰ ਐਡਵਾਂਸ ਦੱਸਣਾ। ਅਗਰ ਤੁਸੀਂ ਆਪਣੀ ਅਪਲਾਈਨ ਤੋਂ ਮੀਟਿੰਗ ਕਰਾਉਣਾ ਚਾਹੁੰਦੇ ਹੋ ਸੋ ਮਿਨੀਮਮ 2 ਤੋਂ 3 ਦਿਨ ਪਹਿਲਾਂ ਨੂੰ ਐਡਵਾਂਸ ਦੱਸਣਾ ਤਾਂ ਕਿ ਉਹ ਪ੍ਰਪੇਅਰ ਹੋਵੇ ਕਿ ਤੁਹਾਡਾ ਅੱਜ ਦਾ ਦਿਨ ਫਾਈਨਲ ਆ। ਸੇਮ ਡੇ ਕਦੀ ਨਹੀਂ ਰੱਖਣਾ, ਕਿਉਂਕਿ ਸੇਮ ਡੇ ਅਗਰ ਤੁਸੀਂ ਰੱਖੋਗੇ ਹੋ ਸਕਦਾ ਤੁਹਾਡੀ ਅਪਲਾਈਨ ਨਾ ਪਹੁੰਚ ਪਾਏ, ਫਿਰ ਤੁਹਾਨੂੰ ਉਸ ਮੀਟਿੰਗ ਨੂੰ ਖੁਦ ਪ੍ਰੈਜ਼ੈਂਟ ਕਰਨਾ ਪਏਗਾ। ਸੋ ਇਹੀ ਕੋਈ ਸਾਰੀ ਇਨਵੀਟੇਸ਼ਨ ਨੂੰ ਲੈ ਕੇ ਗੱਲਾਂ ਜਿਹੜੀਆਂ ਤੁਹਾਨੂੰ ਡਿਸਕਸ ਕੀਤੀਆਂ। ਸੋ ਅਗਲੀ ਲਾਈਨ, ਜੋ ਲੀਡਰ ਯਾਨੀ ਮੀਟਿੰਗ ਕਰਨ ਜਾ ਰਿਹਾ ਉਹਦੇ ਲਈ ਕੁਝ ਗਾਈਡਲਾਈਨ। ਜਦੋਂ ਆਪਾਂ ਮੀਟਿੰਗ ਕਰਨ ਜਾਂਦੇ ਹਾਂ, ਲੀਡਰ ਦੀ ਡਰੈਸ ਪ੍ਰੋਪਰ ਬੜੀਆ ਹੋਣੀ ਚਾਹੀਦੀ, ਕਿਉਂਕਿ ਬਹੁਤ ਵਾਰ ਕੀ ਹੁੰਦਾ ਵਾ ਕਿ ਜਦੋਂ ਆਪਾਂ ਮੀਟਿੰਗ ਕਰਨ ਜਾਂਦੇ ਹਾਂ ਜਾਂ ਪਲਾਨ ਕਰਨ ਜਾਂਦੇ ਹਾਂ, ਦੇਖੋ ਸਾਡਾ ਬਿਜ਼ਨਸ ਨੂੰ ਸਾਨੂੰ ਸਮਝਣਾ ਪਏਗਾ ਕਿ ਆਪਾਂ ਜਾ ਕੇ ਉਸ ਪਰਸਨ ਨੂੰ ਆਪਾਂ ਇੱਕ ਸੁਪਨਾ ਵਿਖਾਉਣ ਜਾ ਰਹੇ ਹਾਂ, ਉਹਨੂੰ ਇੱਕ ਡ੍ਰੀਮ ਦਿਖਾਉਣ ਜਾ ਰਹੇ ਹਾਂ, ਤਾਂ ਹੀ ਉਹ ਸਾਡੇ ਨਾਲ ਜੁੜਦਾ ਵਾ। ਜਦੋਂ ਆਪਾਂ ਲੱਖਾਂ ਕਰੋੜਾਂ ਦੀਆਂ ਗੱਲਾਂ ਕਰਦੇ ਹਾਂ, ਜਦੋਂ ਆਪਾਂ ਵਧੀਆ ਵਧੀਆ ਕਾਰਾਂ ਦੀਆਂ ਗੱਲਾਂ ਕਰਦੇ ਹਾਂ, ਜਦੋਂ ਆਪਾਂ ਗੱਲਾਂ ਕਰਦੇ ਕਿ ਤੁਹਾਡਾ ਫਿਊਚਰ ਆਉਣ ਵਾਲਾ ਸਮਾਂ ਬਹੁਤ ਵਧੀਆ ਹੋ ਸਕਦਾ ਵਾ, ਬੈਸਟੀ ਨਾਲ ਜੁੜ ਕੇ ਸਾਡਾ ਲਾਈਫ ਸਟਾਈਲ ਲਗਜ਼ਰੀ ਹੋ ਸਕਦਾ ਵਾ। ਸੋ ਜੋ ਵੀ ਸਾਡੇ ਉੱਥੇ ਵਰਡ ਰਹਿੰਦੇ ਆ, ਅਗਰ ਉਹ ਵਰਡ ਤੁਹਾਡੀ ਡਰੈਸਿੰਗ ਨਾਲ ਮੈਚ ਨਹੀਂ ਕਰਦੇ ਤੇ ਤੁਸੀਂ ਜਿੰਨੇ ਮਰਜ਼ੀ ਵਧੀਆ ਸ਼ਬਦ ਬੋਲੋ ਉਹਨੂੰ ਸਮਝ ਨਹੀਂ ਆਣੇ। ਤੇ ਮੈਂ ਹਮੇਸ਼ਾ ਆਪਣੀ ਸ਼ੋਅ ਦੇ ਪਲਾਨ ਦੇ ਵਿੱਚ ਇੱਕ ਚੀਜ਼ ਜ਼ਰੂਰ ਕਹਿੰਦਾ ਵਾਂ ਕਿ ਸਾਡੇ ਸਿਸਟਮ 'ਚ 65% ਡਰੈਸ ਮੈਟਰ ਕਰਦੀ ਹੈ, 65% ਰੋਲ ਪਲੇ ਕਰਦੀ ਹੈ ਤੁਹਾਡੀ ਡਰੈਸ, ਔਰ 30% ਰੋਲ ਪਲੇ ਕਰਦਾ ਕਿ ਤੁਸੀਂ ਕਿਸ ਤਰੀਕੇ ਨਾਲ ਬੋਲਿਆ, ਔਰ ਕਹਿੰਦੇ 5% ਰੋਲ ਪਲੇ ਕਰਦਾ ਕਿ ਤੁਸੀਂ ਕੀ ਬੋਲਿਆ। ਅੱਜ ਤਕਰੀਬਨ ਮੈਕਸਿਮਮ ਡਿਸਟ੍ਰੀਬਿਊਟਰ ਇਸ ਚੀਜ਼ ਨੂੰ ਲੈ ਕੇ ਡਿਸਟਰਬ ਰਹਿੰਦੇ ਕਿ ਮੈਂ ਕੀ ਬੋਲਾਂ। ਮੈਂ ਕਹਿੰਦਾ ਡੋਂਟ ਵੈਰੀ, ਤੂੰ ਕੁਝ ਵੀ ਬੋਲ ਲੇਕਿਨ ਸਹੀ ਵੇ ਨਾਲ ਬੋਲ, ਤੇਰਾ ਬੋਲਣ ਦਾ ਅੰਦਾਜ਼ ਤਰੀਕਾ ਵਧੀਆ ਹੋਣਾ ਚਾਹੀਦਾ। ਦੈਨ ਤੁਹਾਡੀ ਡਰੈਸ ਜੋ ਸਭ ਨੂੰ ਵੱਡਾ ਰੋਲ ਪਲੇ ਕਰਦੀ ਹੈ, ਕਿਉਂਕਿ ਕੋਈ ਵੀ ਇਨਸਾਨ ਜਦੋਂ ਤੁਹਾਨੂੰ ਫਸਟ ਟਾਈਮ ਦੇਖਦਾ ਵਾ, ਕਿਹਾ ਜਾਂਦਾ ਨਾ ਫਸਟ ਇੰਪ੍ਰੈਸ਼ਨ ਲਾਸਟ ਇੰਪ੍ਰੈਸ਼ਨ, ਕੋਈ ਵੀ ਇਨਸਾਨ ਜਦੋਂ ਤੁਹਾਨੂੰ ਫਸਟ ਟਾਈਮ ਦੇਖਦਾ ਵਾ ਤਾਂ ਇੱਕ ਆਪਣੇ ਅੰਦਰ ਇੱਕ ਇਮੇਜ ਕ੍ਰੀਏਟ ਹੁੰਦੀ ਹੈ, ਜਿਹੜੀ ਉਹਦੇ ਦਿਮਾਗ 'ਚ ਜੋ ਉਹਦੀ ਪਿਕਚਰ ਕ੍ਰੀਏਟ ਹੁੰਦੀ ਆ, ਉਹ ਅੰਦਾਜ਼ਾ ਲਾ ਲੈਂਦਾ ਕਹਿੰਦੇ ਪਹਿਲੇ 6 ਤੋਂ 7 ਸੈਕਿੰਡ ਦੇ ਅੰਦਰ ਅੰਦਰ ਕਿ ਤੁਹਾਡੀ ਵੈਲਿਊ ਉਹਦੇ ਮਨ 'ਚ ਕੀ ਕ੍ਰੀਏਟ ਹੋਈ, ਜਿੰਨੀ ਤੁਹਾਡੀ ਵੈਲਿਊ ਉਹਦੇ ਮਨ 'ਚ ਕੀ ਤਿਆਰ ਹੋਈ, ਉਹਦੇ ਅਕੋਰਡਿੰਗ ਫਿਰ ਇੱਕ ਡਿਸੀਜਨ ਲੈਂਦਾ ਵਾ ਕਿ ਉਹ ਯੈਸ ਕਰੇਗਾ ਕਿ ਨੋ ਕਰੇਗਾ ਤੁਹਾਡੇ ਪੂਰੀ ਗੱਲਬਾਤ ਨੂੰ ਸੁਣਨ ਤੋਂ ਬਾਅਦ। ਸੋ ਕੋਸ਼ਿਸ਼ ਕਰਨਾ ਕਿ ਤੁਸੀਂ ਪ੍ਰੋਪਰ ਡਰੈਸ 'ਚ ਜਾਣਾ, ਬਿਲਕੁਲ ਨੀਟ ਐਂਡ ਕਲੀਨ, ਯਾਨੀ ਕਿ ਵਧੀਆ ਡਰੈਸ ਪਲੱਸ ਤੁਹਾਡੇ ਕੋਲ ਵਧੀਆ ਫ੍ਰੈਗਨੈਂਸ ਆਉਂਦੀ ਹੋਵੇ। ਅੱਗੇ ਗਰਮੀਆਂ ਆ ਜਾਣੀਆਂ ਵਾ, ਇੱਕ ਪਸੀਨੇ ਦੀ ਬਦਬੂ ਜ਼ਿਆਦਾ ਕਹਿ ਸਕਦੇ ਕਿ ਹੁਣ ਸਾਡੇ ਇੰਡੀਆ ਦੇ ਵਿੱਚ ਇਹ ਚੀਜ਼ ਨੂੰ ਆਪਾਂ ਖਤਮ ਨਹੀਂ ਕਰ ਸਕਦੇ, ਬਟ ਆਪਾਂ ਕੋਸ਼ਿਸ਼ ਕਰਨਾ ਕਿ ਸਾਡੇ ਕੋਲ ਇੱਕ ਅਲੱਗ ਤੋਂ ਫ੍ਰੈਗਨੈਂਸ ਆਉਂਦੀ ਹੋਵੇ, ਤੁਹਾਡੇ ਚਿਹਰੇ ਤੇ ਇੱਕ ਅਲੱਗ ਤੋਂ ਸਮਾਈਲ ਹੋਵੇ। ਮਤਲਬ ਤੁਸੀਂ ਇੱਕ ਚੀਜ਼ ਲੱਗਣੀ ਚਾਹੀਦੀ ਹੈ ਕਿ ਜਿਸ ਪਰਸਨ ਨੇ ਤੁਹਾਨੂੰ ਸਰੈਂਡਰ ਕਰਨਾ ਵਾ, ਜਿਹਨੇ ਤੁਹਾਡੇ ਨਾਲ ਜੁਆਇਨ ਹੋਣਾ ਵਾ, ਤੁਹਾਡੇ ਅੰਦਰ ਕੁਆਲਿਟੀਜ਼ ਉਹਨੂੰ ਜ਼ਰੂਰ ਨਜ਼ਰ ਆਉਣ। ਤੁਸੀਂ ਬੋਲੋਗੇ ਬਾਅਦ ਦੀ ਗੱਲ ਹੈ, ਲੇਕਿਨ ਐਟਲੀਸਟ ਪਹਿਲਾਂ ਤੁਸੀਂ ਨਜ਼ਰ ਆਉਣੇ ਚਾਹੀਦੇ ਆ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਜੋ ਦਿਖਦਾ ਉਹੀ ਵੇਖਦਾ ਵਾ। ਅਗਰ ਤੁਸੀਂ ਵਾਕਈ ਆਪਣੇ ਆਪ ਨੂੰ ਇੱਕ ਵਧੀਆ ਦਿਖਾਓਗੇ ਤਾਂ ਪਰਸਨ ਤੁਹਾਡੇ ਤੋਂ ਜ਼ਰੂਰ ਇੰਪ੍ਰੈਸ ਹੋਏਗਾ। ਤੁਹਾਡੇ ਸ਼ਬਦ ਘੱਟ ਹੋਣਗੇ ਮੈਟਰ ਨਹੀਂ ਕਰਦਾ, ਲੇਕਿਨ ਅਗਰ ਤੁਸੀਂ ਉਹਨੂੰ ਦਿਖਾ ਵਧੀਆ ਗਏ ਤਾਂ ਜ਼ਰੂਰ ਉਹਨੂੰ ਇੰਪ੍ਰੈਸ ਕਰੇਗੀ। ਸੋ ਪ੍ਰੋਪਰ ਡਰੈਸ, ਅਗਰ ਤੁਸੀਂ ਵੈਸਟੀ ਦੀ ਡਰੈਸ ਨੂੰ ਪਾ ਕੇ ਜਾਓਗੇ ਤਾਂ ਬਹੁਤ ਵਧੀਆ, ਅਗਰ ਨਹੀਂ ਵੀ ਪਾ ਕੇ ਜਾਂਦੇ ਤਾਂ ਕੋਸ਼ਿਸ਼ ਕਰੋ ਕਿ ਐਟਲੀਸਟ ਪੈਂਟ ਸ਼ਰਟ ਹੋਵੇ। ਸੋ ਲੇਡੀਜ਼ ਲਈ ਮੈਂ ਜੋ ਵੀ ਡਰੈਸ ਕਹਿੰਦਾ ਵਾ, ਸੋ ਆਪਾਂ ਇਹੋ ਜਿਹੀ ਕਹਿ ਸਕਦੇ ਹਾਂ ਕਿ ਡਰੈਸਿੰਗ 'ਚ ਨਹੀਂ ਜਾਣਾ ਜਿਹਨੂੰ ਦੇਖ ਕੇ ਸਾਹਮਣੇ ਵਾਲਾ ਪਰਸਨ ਖੁਦ ਹੀ ਕਨਫਿਊਜ਼ ਹੋ ਜਾਏ ਕਿ ਇਹ ਕੀ ਆ ਗਿਆ। ਸੋ ਐਟਲੀਸਟ ਕੋਸ਼ਿਸ਼ ਕਰਨੀ ਹੈ ਕਿ ਡਰੈਸਿੰਗ ਵਧੀਆ ਹੋਵੇ। ਰਾਈਟ ਟਾਈਮ ਪਰ ਮੀਟਿੰਗ ਦੀ ਸ਼ੁਰੂਆਤ ਕਰਦੇ ਹਾਂ। ਸੋ ਕਿਸੇ ਤਰੀਕੇ ਨਾਲ ਆਪਾਂ ਆਪਣੇ ਆਪ ਨੂੰ ਮੈਨੇਜ ਕਰਨਾ ਸ਼ੁਰੂ ਕਰੀਏ ਕਿ ਜਿਹੜੀ ਮੀਟਿੰਗ ਹੈ ਨਾ ਇਹਨੂੰ ਬਿਲਕੁਲ ਰਾਈਟ ਟਾਈਮ ਤੇ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਮੰਨ ਲਓ ਆਪਾਂ 10 ਪਰਸਨ ਨੂੰ ਇਨਵਾਈਟ ਕੀਤਾ, ਉਹ 'ਚ 4 ਪਰਸਨ ਆ ਕੇ ਬੈਠੇ ਹੁੰਦੇ ਆ, ਜਿਹੜੇ 4 ਆਏ ਹੁੰਦੇ ਉਹ ਵੀ ਇਹ ਕਨਫਿਊਜ਼ ਹੋ ਜਾਂਦੇ ਕਿ ਇਹਨਾਂ ਦਾ ਵਾਕਈ ਕੋਈ ਟਾਈਮ ਨਹੀਂ। ਅਗਰ ਦੁਬਾਰਾ ਮੀਟਿੰਗ ਨੂੰ ਜਾਣਾ ਵਾ ਤਾਂ ਉਸੇ ਟਾਈਮ ਤੇ ਹੋਣਗੇ ਜਿਸ ਟਾਈਮ ਤੇ ਤੁਸੀਂ ਮੀਟਿੰਗ ਨੂੰ ਸ਼ੁਰੂ ਕਰੋਗੇ। ਸੋ ਕਿਸੇ ਦਾ ਇੰਤਜ਼ਾਰ ਨਹੀਂ ਕਰਨਾ, ਕਿਉਂਕਿ ਜਦੋਂ ਆਪਾਂ ਮੀਟਿੰਗ ਨੂੰ ਲੇਟ ਸ਼ੁਰੂ ਕਰਦੇ ਹਾਂ, ਜਿਹੜੇ ਆਏ ਹੋਏ ਪਰਸਨ ਆ ਜਾਂ ਆਪਾਂ ਮੀਟਿੰਗ 'ਚ ਲੇਟ ਪਹੁੰਚਦੇ ਆ, ਉਹ ਆਲਰੇਡੀ ਪਹਿਲਾਂ ਡਿਸਾਈਡ ਕਰ ਲੈਂਦੇ ਯਾਰ ਇਹ ਕਿੱਦਾਂ ਦਾ ਪਰਸਨ ਆ, ਇਹਨੂੰ ਖੁਦ ਹੀ ਨਹੀਂ ਟਾਈਮ ਦਾ ਪਤਾ। ਸੋ ਤੁਹਾਡੀ ਆਲਰੇਡੀ ਇੱਕ ਪਿਕਚਰ ਉਹਦੇ ਦਿਮਾਗ 'ਚ ਕ੍ਰੀਏਟ ਹੋ ਗਈ ਆ, ਉਹਨੇ ਇੱਕ ਆਲਰੇਡੀ ਤੁਹਾਡੇ ਪ੍ਰਤੀ ਇੱਕ ਸੋਚ, ਇੱਕ ਧਾਰਨਾ ਬਣਾ ਲਈ ਆ। ਉਸ ਤੋਂ ਬਾਅਦ ਉਹਦੇ ਅਕੋਰਡਿੰਗ ਫਿਰ ਉਹ ਡਿਸੀਜਨ ਲਏਗਾ, ਕਿਉਂਕਿ ਅਗਰ ਤੁਸੀਂ ਮੀਟਿੰਗ ਨੂੰ ਲੇਟ ਸ਼ੁਰੂ ਕਰੋਗੇ ਤਾਂ ਤੁਸੀਂ ਸੌਰੀ ਕਹਿ ਕੇ ਸ਼ੁਰੂ ਕਰੋਗੇ ਤੇ ਸਾਹਮਣੇ ਵਾਲਾ ਪਰਸਨ ਸੌਰੀ ਕਹਿ ਕੇ ਉੱਠ ਕੇ ਚਲਾ ਜਾਏਗਾ। ਸੋ ਕੋਸ਼ਿਸ਼ ਕਰਨਾ ਕਿ ਆਪਾਂ ਸਿਸਟਮ ਨੂੰ ਸਮਝੀਏ, ਲੋਕਾਂ ਦੀ ਟਾਈਮ ਨੂੰ ਅਹਿਮੀਅਤ ਨੂੰ ਸਮਝੀਏ, ਔਰ ਆਪਣੀ ਵੀ ਟਾਈਮ ਦੀ ਅਹਿਮੀਅਤ ਨੂੰ ਸਮਝੀਏ कि अपन राइट टाइम पे शुरू करिए। देन अगली लाइन, आपकी मीटिंग 1 घंटे के अंदर अंदर खत्म हो जानी चाहिए। होम मीटिंग ਜਾਂ 1 to 1, मैं 1 to 1 ਨੂੰ 40 ਮਿੰਟ ਦਿੰਦਾ ਵਾਂ ਔਰ ਮੈਂ ਹੋਮ ਮੀਟਿੰਗ ਨੂੰ 1 ਘੰਟੇ ਦਾ ਦਿੰਦਾ ਹਾਂ। ਮੈਕਸਿਮਮ 1 ਤੋਂ
सवा घंटे के अंदर वो मीटिंग जी फिनिश हो जानी चाहिए है। ये बहुत जरूरी है। अगर आप मीटिंग ਨੂੰ ਲੰਬੀ ਕਰ ਦਾਂਗੇ ਤੇ ਬਹੁਤ ਸਾਰੇ ਪਰਸਨ ਜਿਹੜੇ ਇਰੀਟੇਟ ਹੋ ਜਾਣਗੇ। ਮੈਂ ਫਰੈਸ਼ਰ ਦੀ ਗੱਲ ਕਰ ਰਿਹਾ ਹਾਂ, ਕਿਉਂਕਿ ਅਗਰ ਤੁਸੀਂ ਜੁਆਇਨ ਪਰਸਨ ਨੂੰ 3 ਘੰਟੇ ਵੀ ਬਿਠਾ ਲੋਗੇ ਚੱਲੇਗਾ, ਕਿਉਂਕਿ ਇਹਦਾ ਕਨਸੈਪਟ ਕਲੀਅਰ ਹੈ। ਪਰ ਅਗਰ ਤੁਸੀਂ ਫਰੈਸ਼ਰ ਨੂੰ 3 ਤੋਂ ਯਾਨੀ 2 ਘੰਟੇ ਲਗਾਓਗੇ ਤਾਂ ਕਨਫਿਊਜ਼ ਹੋ ਜਾਏਗਾ। ਸੋ ਕੋਸ਼ਿਸ਼ ਕਰੋ ਕਿ 1 ਘੰਟੇ ਦੇ ਅੰਦਰ ਅੰਦਰ ਤੁਹਾਡੀ ਹੋਮ ਮੀਟਿੰਗ ਜਿਹੜੀ ਖਤਮ ਹੋ ਜਾਏ। ਉਸ 1 ਘੰਟੇ ਦੇ ਵਿੱਚ ਤੁਸੀਂ ਕੀ ਐਕਟੀਵਿਟੀਆਂ ਕਰਨੀਆਂ ਮੈਂ ਤੁਹਾਨੂੰ ਵੀ ਸ਼ੇਅਰ ਕਰਾਂਗਾ। ਤੁਹਾਡੇ ਕੋਲ ਕੰਪਲੀਟ प्रोडक्ट्स +2 आपके पास होने बहुत जरूरी है। मैं हमेशा कहना कि बोलना घट दिखाना ज्यादा वा। ये न्यू पर्सन ਲਈ ਆ, ਕਿਉਂਕਿ ਜਦੋਂ ਆ ਕਈ ਵਾਰ ਕੀ ਕਰਦੇ ਆਪਾਂ ਬੋਲਦੇ ਜ਼ਿਆਦਾ ਔਰ ਦਿਖਾਉਂਦੇ ਘੱਟ, ਉਹ ਚੀਜ਼ ਮੈਟਰ ਨਹੀਂ ਕਰਦੀ। ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਤੁਹਾਡੀ ਮੋਟੀਵੇਸ਼ਨ ਉਹਦੇ ਦਰਵਾਜ਼ੇ ਤੋਂ ਬਾਹਰ ਨਿਕਲਦੇ ਖਤਮ ਹੋ ਜਾਣੀ, ਪਰ ਤੁਹਾਡੇ ਦਿਖਾਏ ਹੋਏ ਟੂਲ ਉਹਨੂੰ ਹਮੇਸ਼ਾ ਯਾਦ ਰਹਿਣੇ। ਕਿਉਂਕਿ ਗੱਲ ਬਾਰ-ਬਾਰ ਕਹੀ ਜਾਂਦੀ ਕਿ ਇਨਸਾਨ ਪਿੱਛੇ ਤੇ ਸੋਚਦਾ ਸ਼ਬਦਾਂ 'ਚ ਨਹੀਂ। ਸੋ ਇਸ ਕਰਕੇ ਆਪਾਂ ਜਦੋਂ ਵੀ ਆਪਣੇ ਪਾਸਟ 'ਚ ਜਾਂਦੇ ਹਾਂ, ਆਪਣੇ ਪਿੱਛੇ ਜਾਂਦੇ ਹਾਂ, ਆਪਣਾ ਵਾਪਸ ਆਪਣੀ ਪੁਰਾਣੀ ਮੈਮਰੀ 'ਚ ਜਦੋਂ ਆਪਾਂ ਸਰਚ ਕਰਦੇ ਹਾਂ ਤਾਂ ਸਾਨੂੰ ਪਿਕਚਰ ਹੀ ਮਿਲਦੀਆਂ ਵਾ, ਸਾਨੂੰ ਸ਼ਬਦ ਨਹੀਂ ਮਿਲਦੇ। ਸੋ ਬਹੁਤ ਲਿਮਟਿਡ ਮਿਲਦੇ ਆ। ਸੋ ਆਪਾਂ ਕੋਸ਼ਿਸ਼ ਕਰਨੀ ਹੈ ਕਿ ਉਹਨੂੰ ਜ਼ਿਆਦਾ ਦਿਖਾਉਣਾ ਵਾ। ਜੋ ਵੀ ਆਪਾਂ ਉਹਨੂੰ ਬੋਲ-ਬੋਲ ਕੇ ਸਟੋਰੀ ਸੁਣਾਉਣੀਆਂ ਵਾ ਜਾਂ ਜੋ ਉਹਨੂੰ ਐਵੀਡੈਂਸ ਦਿਖਾਣੇ, ਉਹੀ ਉਹਨੂੰ ਯਾਦ ਰਹਿਣੇ, ਵਰਡ ਨਹੀਂ ਯਾਦ ਰਹਿਣੇ। ਸੋ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਟੂਲ ਪ੍ਰੋਪਰ ਹੋਣ, ਕੰਪਲੀਟ ਪ੍ਰੋਡਕਟਸ ਹੋਣ, ਕਿ ਤੁਸੀਂ ਇਹਨੂੰ ਜਿਸ ਪ੍ਰੋਡਕਟਸ ਬਾਰੇ ਬੋਲ ਰਹੇ ਹੋ ਐਟਲੀਸਟ ਤੁਸੀਂ ਇਹਨੂੰ ਫਿਜ਼ੀਕਲੀ ਦਿਖਾ ਵੀ ਰਹੇ हैं। आगे चलते हैं। मीटिंग शुरू करने से पहले आपने सो एक बड़ी माइनस पॉइंट रहिंदा, मैं बहुत सारे लीडर ਨਾਲ ਦੇਖਦਾ ਜਦੋਂ ਵੀ ਕਿਤੇ ਮੀਟਿੰਗ ਸ਼ੁਰੂ ਹੁੰਦੀ ਆ, ਅਗਰ ਆਪ 8 ਜਣੇ ਬੈਠੇ ਆ ਤੇ 8 ਜਣਿਆਂ ਕੋਲ ਮੋਬਾਈਲ ਫੋਨ ਅੱਜ ਕੱਲ ਜਿੱਦਾਂ ਕਹਿ ਸਕਦੇ ਆ ਕਿ ਹਰ ਸੈਕਿੰਡ ਯਾਨੀ ਹਰ 1 ਮਿੰਟ ਦੇ ਵਿੱਚ 10 ਵਾਰ ਇੱਕ ਇਨਸਾਨ ਫੋਨ ਚੈੱਕ ਕਰਦਾ। ਕਿੰਨੇ ਅੰਕੜੇ ਦੱਸਦੇ ਆ ਹਰ ਇਨਸਾਨ ਕਮ ਸੇ ਕਮ ਦਿਨ ਦੇ ਵਿੱਚ ਜ਼ਿਆਦਾ ਨਹੀਂ ਤੇ 100 ਤੋਂ 125 ਵਾਰ ਫੋਨ ਨੂੰ ਚੈੱਕ ਕਰਦਾ ਵਾ। ਸੋ ਆਪਾਂ ਕੋਸ਼ਿਸ਼ ਕਰਨੀ ਕਿ ਆਪਣੇ ਮੋਬਾਈਲ ਫੋਨ ਨੂੰ ਸਾਇਲੈਂਟ ਕਰਕੇ ਆਪਣਾ ਟੇਬਲ ਤੇ ਰੱਖ ਦਈਏ। ਅਗਰ ਤੁਸੀਂ ਸਾਇਲੈਂਟ ਕਰੋਗੇ ਤੇ ਤੁਸੀਂ ਸਾਹਮਣੇ ਵਾਲੇ ਨੂੰ ਬੜੀ ਪ੍ਰਾਊਡ ਨਾਲ ਕਹਿ ਸਕਦੇ ਕਿ ਸਰ ਤੁਹਾਡਾ ਸਮਾਂ ਬਹੁਤ ਕੀਮਤੀ ਹੈ ਔਰ ਸਾਡਾ ਵੀ ਸਮਾਂ ਬਹੁਤ ਕੀਮਤੀ ਹੈ। ਮੈਂ ਚਾਹੁੰਦਾ ਕਿ ਆਪਾਂ ਅਗਰ 1 ਮਿੰਟ ਘੰਟਾ ਇਸ ਮੀਟਿੰਗ ਨੂੰ ਸੁਣ ਲਈ ਆਏ ਆ ਤੇ ਆਪਾਂ ਆਪਣੇ ਮੋਬਾਈਲ ਨੂੰ ਸਾਇਲੈਂਟ ਕਰਕੇ ਇਸ ਸਾਹਮਣੇ ਟੇਬਲ ਜੋ ਵੀ ਤੁਹਾਡੇ ਸਾਹਮਣੇ ਟੇਬਲ ਲਗਵਾਇਆ ਹੋਏਗਾ, ਜਿਸ ਜਗ੍ਹਾ ਤੁਸੀਂ ਮੀਟਿੰਗ ਕਰਨੀ ਹੈ ਸਾਹਮਣੇ ਟੇਬਲ ਤੇ ਰਖਵਾ ਲੈਣੇ। ਕਿਉਂਕਿ ਐਟਲੀਸਟ ਕੀ ਹੋਏਗਾ ਕਿ ਬਾਰ-ਬਾਰ ਸਾਰੇ ਡਿਸਟਰਬ ਨਹੀਂ ਹੋਣਗੇ। ਕਿਉਂਕਿ 8 ਜਾਣੇ ਤੋਂ 1 ਬਾਈ 1 ਫੋਨ ਵੱਜਣਾ ਸ਼ੁਰੂ ਹੋਇਆ ਤਾਂ ਮੇਰੇ ਹਿਸਾਬ ਨਾਲ ਆਪਾਂ ਜ਼ਿਆਦਾ ਨਹੀਂ, ਤਕਰੀਬਨ हर 5 मिनट बाद किसी ना किसी का फोन बजेगा तो मीटिंग सारी डिस्टर्ब हो जाएगी। होम मीटिंग के लिए आपके पास विजिटिंग यानी कह सकते हैं कि रिटन बोर्ड प्लस मार्कर प्लस डस्टर होना बहुत जरूरी है। क्योंकि ਜਿਹੜਾ ਸਾਡਾ ਦੂਸਰਾ ਟੂਲ ਬੈਗ ਹੈ ਉਹਨੂੰ ਤਾਂ ਆਪਾਂ ਉਸ ਤਰ੍ਹਾਂ ਯੂਜ਼ ਕਰਦੇ ਹਾਂ, ਬਟ ਇਹ ਜਿਹੜੀ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਸ਼ੇਅਰ ਕੀਤੀ ਹੈ ਇਹ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਪਲਾਨ ਪੇਜ ਤੋਂ ਅਗਰ ਆਪਾਂ ਸਮਝਾਵਾਂਗੇ ਤਾਂ ਸਾਰਿਆਂ ਦਾ ਫੋਕਸ ਨਹੀਂ ਬਣ ਪਾਏਗਾ। ਅਗਰ ਕੀ ਸਾਡੇ ਕੋਲ ਇਹ ਬੋਰਡ ਹੋਏਗਾ, ਮੈਂ ਕਹਿੰਦਾ ਅਗਰ ਛੋਟਾ ਬੋਰਡ ਵੀ ਲਓਗੇ ਤਾਂ ਤਕਰੀਬਨ 250-300 ਰੁਪਏ ਦਾ ਆ ਜਾਂਦਾ ਛੋਟਾ ਬੋਰਡ, ਜਿਹੜਾ ਉਹਨੂੰ ਤੁਸੀਂ ਜ਼ਰੂਰ ਕੈਰੀ ਕਰਕੇ ਬੜੇ ਆਰਾਮ ਨਾਲ ਲੈ ਕੇ ਜਾ ਸਕਦੇ ਆ। ਉਸ ਬੋਰਡ ਤੋਂ ਅਗਰ ਤੁਸੀਂ ਮੀਟਿੰਗ ਕਰੋਗੇ ਤੇ ਅਗਰ ਤੁਸੀਂ ਸਾਹਮਣੇ ਉਸ ਬੋਰਡ ਨੂੰ ਰੱਖਿਆ ਹੈਗਾ ਤਾਂ ਕਮ ਸੇ ਕਮ 8 ਤੋਂ 10 ਪਰਸਨ ਉਹਨੂੰ ਸਾਹਮਣੇ ਬੈਠ ਕੇ ਉਹਨੂੰ ਦੇਖ ਸਕਣਗੇ। ਸੋ ਰਿਟਨ ਬੋਰਡ प्लस मार्कर प्लस डस्टर ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ। प्लस होम मीटिंग की आपने वैसे ही शुरुआत करनी है जैसे प्लान पेज पर शुरू से लेके एंड तक लिखा है, कोई अलग नहीं करना। बड़ा ईजी ਤੇ ਸਿੰਪਲ ਵੇ ਹੈ। ਸਭ ਨੂੰ ਪਹਿਲਾਂ ਆਪਾਂ ਗੁੱਡ ਹੈਲਥ ਬਾਰੇ ਗੱਲ ਕਰਨੀ ਹੈ, ਦੈਨ ਉਸ ਤੋਂ ਬਾਅਦ ਆਪਾਂ ਸੇਵਿੰਗ ਬਾਰੇ ਗੱਲ ਕਰਨੀ ਹੈ, ਉਸ ਤੋਂ ਬਾਅਦ ਜੋ ਵੀ ਸਾਡਾ ਮੇਨ ਪੁਆਇੰਟ ਅਗਰ ਤੁਹਾਨੂੰ ਲੱਗਦਾ ਕੋਈ ਪਰਸਨ ਐਕਟਿਵ ਆ, ਹਾਂ ਇੱਕ ਚੀਜ਼ ਜ਼ਰੂਰ ਸ਼ੇਅਰ ਆ ਕਿ ਅਗਰ ਤੁਸੀਂ ਕਿਸੇ ਗਰੁੱਪ ਮੀਟਿੰਗ ਨੂੰ ਗੱਲ ਕਰ ਰਹੇ ਆ ਤਾਂ ਫਿਰ ਤੁਸੀਂ ਉਹ ਸਾਈਡ ਦੇ ਪੇਜ ਨੂੰ ਚੇਂਜ ਕਰਕੇ ਪ੍ਰੋਫਾਈਲ ਬਾਰੇ ਡਿਸਕਸ ਕਰੋਗੇ। ਅਗਰ ਤੁਸੀਂ ਸਿਰਫ ਯੂਜ਼ਰ ਤੇ ਫੋਕਸ ਕਰ ਰਹੇ ਆ ਕਿ ਕੋਸ਼ਿਸ਼ ਕਰਨਾ ਕਿ ਸਾਹਮਣੇ ਵਾਲੇ ਪਰਸਨ ਨੂੰ ਤੁਸੀਂ ਜਦੋਂ ਪ੍ਰੋਫਾਈਲ ਨੂੰ ਪੁੱਛ ਲੈਂਦੇ ਆ, ਹੱਲ ਹੋਏ ਕਰ ਲੈਂਦੇ ਆ, ਤੇ ਫਿਰ ਆਪਾਂ ਫਰੰਟ ਵਾਲੇ ਪੇਜ ਤੋਂ ਹੀ ਪਲਾਨ ਕਰਨਾ ਵਾ। ਸੋ ਉਹਨੂੰ ਆਪਾਂ ਹੋਮ ਮੀਟਿੰਗ ਕਹਿੰਦੇ, ਕੁਝ ਅਲੱਗ ਨਹੀਂ ਕਰਨਾ। ਜੋ ਲਿਖਿਆ ਉਹਨੂੰ ਬਸ ਰੱਟਾ ਮਾਰਨਾ ਔਰ ਸੇਮ ਟੂ ਸੇਮ ਆਪਾਂ ਬੋਰਡ ਤੇ 1 ਬਾਈ 1 ਕਰਕੇ ਉਹ ਲਾਈਨਾਂ ਨੂੰ ਲਿਖਦੇ ਜਾਣਾ ਤੇ ਅੱਗੇ ਚੱਲਦੇ ਜਾਣਾ। ਸੇਮ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਪਲਾਨ ਪੇਜ ਆ ਗਿਆ ਐਜ਼ ਇਟ ਇਜ਼ ਆਪਾਂ ਇਦਾਂ ਹੀ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਜੋ ਇਹਦੇ ਤੇ ਲਿਖਿਆ ਹੋਇਆ ਵਾ। ਔਰ ਇਹ ਉਹੀ ਪੇਜ ਹੈ ਜਿਹਨੂੰ ਬਾਰ-ਬਾਰ ਤੁਸੀਂ ਉਸ ਪਰਸਨ ਦੀ ਪ੍ਰੈਕਟਿਸ ਕਰਾ ਕੇ ਉਹਨੂੰ ਸ਼ੁਰੂਆਤ 'ਚ ਲੈ ਕੇ ਆਉਣਾ। ਅਰੇ ਕਮ ਸੇ ਕਮ ਕਹਿੰਦਾ ਕਿ ਹੋਮ ਮੀਟਿੰਗ ਕਰ ਲਈ, ਮੈਂ ਇਹ ਨਹੀਂ ਕਹਿੰਦਾ ਕਿ ਕੋਈ 8% ਦਾ ਪਰਸਨ ਜਾਵੇ ਜਾਂ ਕੋਈ 10% ਦਾ ਜਾਵੇ ਜਾਂ ਕੋਈ 11 ਦਾ ਜਾਵੇ। ਮੈਂ ਕਹਿੰਦਾ ਐਟਲੀਸਟ ਹੋਮ ਮੀਟਿੰਗ ਉਹ ਪਰਸਨ ਜ਼ਰੂਰ ਕਰੇ ਜਿਹੜਾ ਇੱਕ ਡਾਇਰੈਕਟਰ ਐਂਡ ਅਬਵ ਆ। ਸੋ ਡਾਇਰੈਕਟਰ ਐਂਡ ਅਬਵ ਦੀ ਇੰਨੀ ਕੁ ਰਿਸਪੌਂਸਿਬਿਲਿਟੀ ਬਣਦੀ ਕਿ ਉਹ ਆਪਣੀ ਟੀਮ ਦੀਆਂ ਹੋਮ ਮੀਟਿੰਗਸ ਕਰ ਸਕੇ। ਉਸ ਤੋਂ ਬਾਅਦ ਅਗਲੇ ਜਾਂਦੇ ਆਪਾਂ आपकी होम मीटिंग सॉरी 1 सेकंड
टोटल 4 पार्ट होने चाहिए। 4 पार्ट मीन नंबर 1 फर्स्ट पार्ट, पहले 15 मिनट आपने प्रोडक्ट्स की जानकारी देनी प्लस डेमोस्ट्रेशन, जो ਇਹਦੇ ਚ ਆਪਾਂ ਮੇਨ ਦੱਸ ਰਹੇ ਹਾਂ ਕਿ ਪਲੱਸ ਡੈਮੋ ਅਗਰ ਹੋ ਸਕੇ ਤਾਂ ਤੁਸੀਂ ਉੱਥੇ ਫਲੈਕਸ ਦੀ ਡੈਮੋ ਕਰ ਸਕਦੇ ਆ ਜਾਂ ਸ਼ੋਰ ਦੇ ਪ੍ਰੋਡਕਟਸ ਦੀ ਡੈਮੋ ਕਰ ਸਕਦੇ ਆ। ਸੋ ਹੋਮ ਮੀਟਿੰਗ ਦੇ ਵਿੱਚ ਜਦੋਂ ਤੁਹਾਡੇ ਸਾਹਮਣੇ ਕਮ ਸੇ ਕਮ 8 ਤੋਂ 10 ਪਰਸਨ ਬੈਠੇ ਹੋ, ਸੋ 2-3 ਪ੍ਰੋਡਕਟਸ ਜਿਨ੍ਹਾਂ ਬਾਰੇ ਤੁਸੀਂ ਜ਼ਿਆਦਾ ਨੌਲੇਜ ਰੱਖਦੇ ਜਾਂ YouTube ਤੇ ਜਾ ਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਆ। 15 ਮਿੰਟ ਦੀ ਪ੍ਰੋਡਕਟਸ ਦੀ ਨੌਲੇਜ ਇਨਫੋਰਮੇਸ਼ਨ ਦੇਣੀ ਹੈ, ਜਿੱਦਾਂ ਸਾਡਾ ਪਹਿਲਾ ਪਾਰਟ ਹੁੰਦਾ ਗੁੱਡ ਹੈਲਥ। ਸੋ ਉਹਦੇ ਵਿੱਚ ਇੱਕ ਲੈਫਟ ਸਾਈਡ ਤੇ ਜਿੰਨੇ ਵੀ ਪ੍ਰੋਡਕਟਸ ਲਿਖੇ ਉਹ ਸਾਰੇ ਪ੍ਰੋਡਕਟਸ ਤੁਸੀਂ ਸਾਹਮਣੇ ਪਹਿਲਾਂ ਟੇਬਲ ਤੇ ਲਗਾ ਦੇਣੇ ਔਰ ਇਸ ਵੇ ਨਾਲ ਲਗਾਣੇ ਆ ਕਿ ਜਦੋਂ ਤੁਸੀਂ ਤੁਹਾਡੇ ਉਹ ਜਿਹੜੇ 10 ਪਰਸਨ ਜਿਨ੍ਹਾਂ ਨੂੰ ਤੁਸੀਂ ਇਨਵਾਈਟ ਕੀਤਾ ਵਾ ਉਸ ਟਾਈਮ ਉਹ ਜਾਂਦੇ ਸਾਰੇ ਸਭ ਨੂੰ ਪਹਿਲਾਂ ਪ੍ਰੋਡਕਟਸ ਨੂੰ ਨਾ ਦੇਖਣਾ, ਉਹ ਪ੍ਰੋਡਕਟਸ ਬਿਲਕੁਲ ਇੱਕ ਸਾਈਡ ਤੇ ਹੋਣੇ ਚਾਹੀਦੇ ਆ। ਪਰ ਜਦੋਂ ਤੁਸੀਂ ਮੀਟਿੰਗ ਨੂੰ ਸ਼ੁਰੂ ਕਰ ਦੋ तो एक सरप्राइज टाइप होनी चाहिए कि उस टाइम उन्होंने टेबल से लगाओ, या अगर तुम टेबल से लगा भी देते हैं तो उस पर कोई ना कोई कपड़ा वगैरह पा दो ताकि एटलीस्ट सामने पहले स्टार्टिंग जो प्रोडक्ट्स नजर ना हो। क्योंकि कई बार की जो परसन एंट्री करता सामने प्रोडक्ट्स पे देखता तो जजमेंट कर देता कि यार ये तो ही है, फिर वो अकॉर्डिंग अपने मन को प्रिपेयर करना शुरू कर देता। सो एकदम एक एंट्री होनी चाहिए कि जो एंट्री करे बैठे उस तो बाद जो तुम अपनी स्पीच ਨੂੰ शुरू करो तो किसी ना किसी एक परसन की ड्यूटी लगा दो कि उस प्रोडक्ट्स ਨੂੰ लिया के टेबल पर रख दी। सो मिनिमम पहले 15 मिनट उन्होंने प्रोडक्ट्स की आप जानकारी देनी है और एक प्रोडक्ट से अगर आप 1 मिनट भी बोलते हैं तो दैन आप 15 प्रोडक्ट्स तो 16 प्रोडक्ट्स की इनफॉर्मेशन बड़े आराम दे सकते हैं। सो 2-4 मिनट साढ़े डैमो ते लग सकते हैं। सो नाल तुसीं उन्होंने कोशिश करना कि डैमो जरूर दिखाओ, 1-2 प्रोडक्ट्स की जिहड़ी भी तुसीं दिखा सकते हैं जिहड़ी इफेक्टिबल आ। सो 15 मिनट सेविंग पार्ट दे। सो वैसे लगते नहीं है मैं 15 मिनट लिखे आ, तुसीं कंबाइन कर लियो रिकॉर्डिंग। सो तो मैं 10 ਤੋਂ 15 मिनट तुसीं सेविंग पार्ट ते फोकस करना वा। जे तो तुसीं CNC बारे इनफॉर्मेशन देनी है साडी 60 PV 100 PV, दैन तुसीं ज्वाइनिंग किद्दां कर सकदे हैं, रीपरचेज बारे हल्की हल्की इनफॉर्मेशन देनी है। उस तो बाद अगले 15 मिनट किस ब्रांड नाल जुड़न तो बाद तुहाडी जिंदगी किद्दां बदल सकदी है। सो तुसीं ਉਹਦੇ ਬਾਰੇ डिस्कस कर सकते हैं। जिद्दां साडा अगला पार्ट आ गया इस सिस्टम ਦੇ ਵਿੱਚ बहुत सारे लोगों की जिंदगी बदली है, नाल नाल तुसीं अपने टूल प्रेजेंट कर रहे हैं, एविडेंस दिखा रहे हैं। सो ये 15 मिनट, दैन अगले ਜਿਹੜੇ लास्ट वाले ਤੁਹਾਡੇ 15 मिनट ਰਹਿਣਗੇ ਉਹ 'ਚ ਤੁਹਾਡੇ ਕੁਐਸਚਨ ਆਨਸਰ ਹੋਊਗੇ। ਤੁਹਾਡੀ ਮੀਟਿੰਗ ਸਮਾਪਤ ਹੋ ਜਾਏਗੀ। ਜਦੋਂ ਤੁਸੀਂ ਆਪਣੀ ਮੀਟਿੰਗ ਨੂੰ ਕਲੋਜ਼ ਕਰੋਗੇ ਲਾਸਟ ਵਾਲੇ ਜਿਹੜੇ 15 ਮਿੰਟ ਬਹੁਤ ਸਾਰੇ ਪਰਸਨ ਜਿਹੜੇ ਬੈਠ ਕੇ ਜਿਨ੍ਹਾਂ ਨੂੰ ਤੁਸੀਂ 3 ਚੀਜ਼ਾਂ ਪ੍ਰੈਜ਼ੈਂਟ ਕੀਤੀਆਂ ਉਹਨਾਂ ਦੇ ਬਹੁਤ ਸਾਰੇ ਸਵਾਲ ਜਵਾਬ ਹੋਣਗੇ। ਦੈਨ ਤੁਸੀਂ ਉਹਨਾਂ ਨੂੰ ਕੁਐਸਚਨ ਆਨਸਰ ਕਰ ਸਕਦੇ ਹੋ। ਜੋ ਵੀ ਉਹਨਾਂ ਦੇ ਕੁਐਸਚਨ ਹੋਣਗੇ ਤੁਸੀਂ ਉਹਨਾਂ ਨੂੰ ਆਨਸਰ ਕਰਨਾ ਵਾ, ਉਹਨਾਂ ਨੂੰ ਸੈਟੀਸਫਾਈ ਕਰਾਉਣ ਦੀ ਕੋਸ਼ਿਸ਼ ਕਰਨਾ ਵਾ ਤਾਂ ਕਿ ਉਹਨਾਂ ਦੀ ਤੁਸੀਂ ਇੱਕ ਵਧੀਆ ਕਲੋजिंग कर सको। उस तो बाद होम मीटिंग में आपने जो भी एक्टिविटी करनी है, जो भी बोलना है वो बड़ा आसान तो डुप्लीकेबल होना चाहिए। सो आप ਇਹੋ ਜਿਹੇ वर्ड नहीं यूज करने ਜਿਹੋ ਜਿਹੀ एक्टिविटी करनी ਜਿਹੜੀਆਂ ਡੁਪਲੀਕੇਬਲ ਨਾ ਹੋ। ਕਿਉਂਕਿ ਆਪਾਂ ਕਈ ਵਾਰੀ ਕੀ ਕਰਦੇ ਨੇ ਆਪਾਂ ਜ਼ਿਆਦਾ ਇਹੋ ਜਿਹੇ ਵਰਡਾਂ ਦਾ ਉਪਯੋਗ ਕਰ ਲੈਂਦੇ ਆ ਕਿ ਸਾਹਮਣੇ ਵਾਲਾ ਪਰਸਨ ਇਹ ਜਜਮੈਂਟ ਕਰ ਦਿੰਦਾ ਕਿ ਸ਼ਾਇਦ ਇਹ ਕਰ ਸਕਦਾ। ਕਿਉਂਕਿ ਸਭ ਤੋਂ ਵੱਧ ਉਸ ਪਰਸਨ ਨਾਲ ਲੋਕ ਜੁਆਇਨ ਕਰਦੇ ਆ ਜਿਹੜੇ ਬੜੇ ਸਿੰਪਲ ਵੇ ਨਾਲ ਤੇ ਬੜੇ ਆਸਾਨ ਤਰੀਕੇ ਨਾਲ ਕਿਸੇ ਨੂੰ ਸਮਝਾਉਂਦਾ। ਸੋ ਆਪਾਂ ਇਹਨੂੰ ਆਸਾਨ ਤੇ ਡੁਪਲੀਕੇਬਲ ਕਰਨਾ ਤਾਂ ਕਿ ਇਹ ਆਸਾਨੀ ਨਾਲ ਡੁਪਲੀਕੇਟ ਹੋ ਸਕੇ। ਕਿਉਂਕਿ ਅੱਜ ਤੁਸੀਂ ਕਰ ਰਹੇ ਆ, ਕੱਲ ਤੁਹਾਡਾ ਉਹ ਪਰਸਨ ਕਰੇਗਾ ਜਿਸ ਦੇ ਘਰ ਤੁਸੀਂ ਹੋਮ ਮੀਟਿੰਗ ਕਰਦੇ ਔਰ ਬਹੁਤ ਨਿਮਰਤਾ ਤੇ ਸਤਿਕਾਰ, ਯਾਨੀ ਆਪਾਂ ਕਹਿ ਸਕਦੇ ਹਾਂ ਕਿ ਇਹ ਚੀਜ਼ ਮੈਂ ਕਿਉਂ ਲਿਖੀ ਆ ਕਿ ਜਿਹੜਾ ਸਾਡਾ ਮਿਲਣ ਦਾ ਤਰੀਕਾ ਤੇ ਬੋਲਣ ਦਾ ਤਰੀਕਾ ਉਹ ਵਾਕਈ ਬੜਾ ਪੋਲਾਈਟ ਤੇ ਹੰਬਲਨੈਸ ਵਾਲਾ ਹੋਣਾ ਚਾਹੀਦਾ ਵਾ। ਸਾਡਾ ਕਿਸੇ ਨਾਲ ਮਿਲ ਵਰਤਣ ਦਾ ਤਰੀਕਾ, ਸੋ ਜਦੋਂ ਆਪਾਂ ਬੜਾ ਪੋਲਾਈਟ ਤੇ ਹੰਬਲਨੈਸ ਨਾਲ ਬੋਲਦੇ ਹਾਂ, ਬੜੇ ਸਤਿਕਾਰ ਨਾਲ ਬੋਲਦੇ ਹਾਂ ਤੇ ਸਾਹਮਣੇ ਵਾਲਾ ਪਰਸਨ ਸਾਡੇ ਤੋਂ ਜ਼ਰੂਰ ਇੰਪ੍ਰੈਸ ਹੁੰਦਾ ਵਾ। ਕਿਉਂਕਿ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਇੱਕ ਚੀਜ਼ ਨੂੰ ਬਹੁਤ ਅਹਿਮੀਅਤ ਦਿੰਦਾ ਜਿਹਨੂੰ ਕਿ ਨਹੀਂ ਕਹੋ। ਅਗਰ ਆਪਾਂ ਨੂੰ ਰਿਸਪੈਕਟ ਦਿੰਦੇ ਹਾਂ, ਉਹਦਾ ਰਿਗਾਰਡ ਕਰਦੇ ਹਾਂ ਤਾਂ ਇਹ ਵੀ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਹੈ ਕਿ ਉਹ ਕਮਿਊਨੀਕੇਸ਼ਨ ਬ੍ਰਿਜ ਦਾ ਕੰਮ ਕਰਦਾ ਵਾ, ਉਹ ਤੁਹਾਨੂੰ ਉਹਨਾਂ ਜੋੜਨ 'ਚ ਸਪੋਰਟ ਕਰਦਾ ਵਾ। ਸੋ ਆਪਾਂ ਐਜ ਏ ਮੈਂਟਰ, ਐਜ ਏ ਲੀਡਰ, ਐਜ ਏ ਸੀਨੀਅਰ, ਐਜ ਏ ਅਪਲਾਈਨ, ਸੋ ਸਹੀ ਤਰੀਕੇ ਨਾਲ ਪੇਸ਼ ਹੋਣਾ ਵਾ। ਸੋ ਸਤਿਕਾਰ ਦੇਣਾ ਉਸ ਪਰਸਨ ਨੂੰ ਜੋ ਵੀ ਉਸ मीटिंग ਚ आया वा। तो नीचे में एक लाइन लिखी है, आपका एटीट्यूड इस तरह का होना चाहिए कि जितने भी पर्सन आपके सामने बैठे हैं उनको लगे कि ये लीडर के साथ जुड़ने से मेरी जिंदगी एक दिन जरूर बदलेगी। सो ਤੁਸੀਂ ਉਹਨਾਂ ਲਈ ਗੱਲ ਕਰਨੀ ਹੈ, ਤੁਸੀਂ ਉਹਨਾਂ ਬਾਰੇ ਗੱਲ ਕਰਨੀ ਕਿ ਸਰ ਆਪਾਂ ਆਪਣੀ ਲਾਈਫ 'ਚ ਬਹੁਤ ਕੰਮ ਕੀਤੇ, ਜੋ ਵੀ ਆਪਾਂ ਆਪਣੀ ਮੀਟਿੰਗ ਦੇ ਵਿੱਚ ਕਹਿ ਸਕਦੇ ਹਾਂ। ਜਿਸ ਤਰ੍ਹਾਂ ਮੈਂ ਹਮੇਸ਼ਾ ਯੂਜ਼ ਕਰਦਾ ਕਿ ਸਰ ਬੜਾ ਲਿਮਟਡ ਟਾਈਮ ਬਚਿਆ, ਆਪਾਂ ਬਹੁਤ ਕੁਝ ਕਰਨਾ, ਆਪਾਂ ਮਿਲ ਕੇ ਇਸ ਸਿਸਟਮ ਤੋਂ ਬਹੁਤ ਵੱਡਾ ਕਰ ਸਕਦੇ ਹਾਂ। ਮੈਂ ਤੁਹਾਡਾ ਤਹਿ ਦਿਲੋਂ ਯਾਨੀ ਕਿ ਸਾਥ ਦੇਵਾਂਗਾ। ਸੋ ਪੂਰੇ ਆਪਾਂ ਐਫਰਟ ਲਗਾਵਾਂਗੇ, ਮੈਂ ਔਰ ਮੇਰੇ ਸੀਨੀਅਰ ਮਿਲ ਕੇ ਆਪਾਂ ਤੁਹਾਨੂੰ ਸਿਸਟਮ ਦੇ ਵਿੱਚ ਜ਼ਰੂਰ ਕਾਮਯਾਬ ਕਰਾਂਗੇ। ਸੋ ਉਹਨੂੰ ਇਹ ਵਾਕਈ ਉਸ ਪਰਸਨ ਨੂੰ ਜ਼ਰੂਰ ਲੱਗੇ ਕਿ ਇਹ ਪਰਸਨ ਮੇਰੇ ਲਈ ਗੱਲ ਕਰ ਰਿਹਾ ਵਾ, ਕਿ ਮੇਰੀ ਜ਼ਿੰਦਗੀ ਨੂੰ ਬਦਲਣ ਦੀ ਗੱਲ ਕਰ ਰਿਹਾ ਵਾ। ਕਿਉਂਕਿ ਇਸ ਦੁਨੀਆ ਦੇ ਵਿੱਚ ਜਿਹਨੂੰ ਕਹਿ ਸਕਦੇ ਹਾਂ ਕਿ
ਉਸ ਪਰਸਨ ਦੀ ਸ਼ਾਇਦ ਲੱਤ ਖਿੱਚਣ ਵਾਲੇ ਬਹੁਤ ਹੋਣਗੇ, ਲੇਕਿਨ ਉਹਨੂੰ ਕਾਮਯਾਬ ਕਰਨ ਵਾਲੇ ਬੜੇ ਲਿਮਟਿਡ ਲੋਕ ਹੋਣਗੇ। ਲੇਕਿਨ ਜਦੋਂ ਤੁਸੀਂ ਉਹਦੇ ਲਈ ਇਹ ਸ਼ਬਦ ਯੂਜ਼ ਕਰੋਗੇ, ਉਹਨੂੰ ਇੱਕ ਵਧੀਆ ਮਹਿਸੂਸ ਹੋਏਗਾ, ਇੱਕ ਵਧੀਆ ਫੀਲਿੰਗ ਆਏਗੀ ਕਿ ਮੈਂ ਸਿਸਟਮ ਨਾਲ ਕਿਉਂ ਨਾ ਜੁੜਾਂ। ਔਰ ਇਹੀ ਚੀਜ਼ ਆਪਾਂ ਅਹਿਸਾਸ ਕਰਾਉਣੀ, ਇਹ ਇੱਕ ਲੀਡਰ ਦਾ ਮਕਸਦ ਆ। ਸੋ ਇਹ ਚੀਜ਼ ਤੇ ਆਪਾਂ ਫੋਕਸ ਕਰਨਾ ਵਾ। ਅਗਲੀਆਂ ਕੁਝ ਗਾਈਡਲਾਈਨ ਆਈਆਂ ਵਾ, ਜਿਸ ਡਿਸਟ੍ਰੀਬਿਊਟਰ ਦੇ ਘਰ ਆਪਾਂ ਮੀਟਿੰਗ ਕਰਦੇ ਉਸ ਪਰਸਨ ਲਈ, ਅਗਰ ਮੀਟਿੰਗ ਕਰਨ ਜਾਣ ਵਾਲੇ ਇਨਸਾਨ ਲਈ ਕੁਝ ਗਾਈਡਲਾਈਨ ਆ, ਤੇ ਜੋ ਕਰਵਾ ਰਿਹਾ ਉਹਦੇ ਲਈ ਵੀ ਕੁਝ ਹੈਗੀਆਂ। ਤੁਸੀਂ ਉਸ ਪਰਸਨ ਨੂੰ ਜ਼ਰੂਰ ਸਮਝਾਉਣਾ ਕਿ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਕਿ ਜਿਹੜਾ ਸਾਡਾ ਇੰਪ੍ਰੈਸ਼ਨ ਆ ਬਹੁਤ ਵਧੀਆ ਹੋਵੇ। ਸੋ ਉਹਨਾਂ ਲਈ ਕੁਝ ਲਾਈਨਾਂ ਵਾ। ਸੋ ਸਾਡੇ ਕੋਲ ਵਿਦਨ ਸੈਕਿੰਡ ਬਚੇ ਆ। ਸੋ ਮੈਂ ਰਿਕੁਐਸਟ ਕਰੂੰਗਾ ਕਿ ਆਪਾਂ ਮੀਟਿੰਗ ਨੂੰ ਇੱਕ ਵਾਰ ਰੀਸਟਾਰਟ ਕਰ ਲਈਏ ਤਾਂ ਕਿ ਆਪਾਂ ਇਹਨਾਂ ਨੂੰ ਹੋਰ ਵੀ ਪੁਆਇੰਟ ਡਿਟੇਲ ਸਮਝ ਸਕੀਏ।